अ वेरी गुड मॉर्निंग टू ऑल ऑफ यू प्यारे ਬੱਚਿਓ ਤੁਹਾਡੇ एग्जाम भी खत्म हो चुके होने हैं ਤੇ बेटा ਆਪਾਂ ਲਾਸਟ ਜਿਹੜਾ ਲੈਕਚਰ ਸੀ ਉਹਦੇ ਵਿੱਚ ਆਪਾਂ ਏਰੀਆ ਰਿਲੇਟਡ ਟੂ ਸਰਕਲ ਵਾਲਾ ਚੈਪਟਰ ਆਪਾਂ ਸਟਾਰਟ ਕੀਤਾ ਸੀ ਤੇ ਤੁਹਾਨੂੰ ਯਾਦ ਹੋਏਗਾ बेटा ਆਪਾਂ ਸਾਰੇ ਫਾਰਮੂਲੇ ਜੋ ਏਰੀਆ ਰਿਲੇਟਡ ਵਿਦ ਸਰਕਲਸ ਤੁਸੀਂ ਚੱਕਰ ਦਾ ਫਾਰਮੂਲਾ ਚੱਕਰ ਦੇ ਖੇਤਰਫਲ ਦਾ ਉਹਦੇ ਪਰਿਮਾਪ ਦਾ ਤੁਸੀਂ ਆਲਰੇਡੀ ਜਾਣਦੇ ਹੋ ਤਾਂ ਆਪਾਂ ਸਿੱਖਿਆ ਸੀ ਕਿ ਇਹਦੇ ਤੋਂ ਅੱਗੇ ਆਪਾਂ ਅਰਧਵਿਆਸੀ ਖੰਡ ਦਾ ਖੇਤਰਫਲ ਕਿਵੇਂ ਪਤਾ ਕਰਨਾ ਹੈ ਕਿਸੇ ਚਾਪ ਦੀ ਲੰਬਾਈ ਕਿਵੇਂ ਪਤਾ ਕਰਨੀ ਹੈ ਤੇ ਉਸ ਤੋਂ ਇਲਾਵਾ ਆਪਾਂ ਸਿੱਖਿਆ ਸੀ ਕਿ ਚੱਕਰ ਖੰਡ ਦਾ ਜਿਹੜਾ ਖੇਤਰਫਲ ਹੈ ਚੱਕਰ ਦੇ ਅਰਧਵਿਆਸੀ ਖੰਡ ਦਾ ਖੇਤਰਫਲ ਹੈ ਅਸੀਂ ਉਹ ਕਿਵੇਂ ਪਤਾ ਕਰਨੇ ਆ ਤੇ ਅਸੀਂ ਲਾਸਟ ਲੈਕਚਰ 'ਚ ਬੇਟਾ ਥੋੜੇ ਜਿਹੇ ਕੁਐਸਚਨ ਵੀ ਲਏ ਸੀ ਅੱਜ ਆਪਾਂ ਸਟਾਰਟ ਕਰਾਂਗੇ ਫਾਰਮੂਲੇ ਜਿਹੜੇ ਆਪਾਂ ਸਿੱਖੇ ਸੀ ਉਹਨਾਂ ਦੀ ਦੁਹਰਾਈ ਤੋਂ ਤੇ ਨਾਲ ਹੀ ਫਿਰ ਆਪਾਂ ਬੇਟੇ ਇਸ ਜਿਹੜੇ ਚੈਪਟਰ 'ਚ ਬੜੇ ਇੰਪੋਰਟੈਂਟ ਕੁਐਸਚਨ ਹੈ ਜੋ ਕਿ ਪੇਪਰ ਦੇ ਵਿੱਚ ਆਉਣ ਦੀ ਜਿਨ੍ਹਾਂ ਦੀ ਸੰਭਾਵਨਾ ਕਾਫੀ ਰਹਿੰਦੀ ਹੈ ਜਾਂ ਉਹਦੇ ਨਾਲ ਦੇ ਕੁਐਸਚਨ ਤਾਂ ਬੇਟਾ ਤੁਸੀਂ ਉਹ ਅੱਛੀ ਤਰ੍ਹਾਂ ਨਾਲ ਸਿੱਖਣੇ ਹੈ ਤੇ ਤੁਹਾਡੇ ਕੋਲ ਕਾਪੀ ਪੈਨ ਜ਼ਰੂਰ ਤੁਸੀਂ ਲੈ ਕੇ ਆਏ ਹੋਵੋਗੇ ਤੇ ਤੁਸੀਂ ਉਹਨਾਂ ਨੂੰ ਨਾਲ ਦੀ ਨਾਲ ਕਰਨਾ ਵੀ ਹੈ ਨੋਟ ਵੀ ਕਰਨਾ ਹੈ ਤੇ ਆਪਣੇ ਆਪ ਵੀ ਕੈਲਕੂਲੇਸ਼ਨਸ ਹੈ ਜਿਹੜੀਆਂ ਤੁਸੀਂ ਕਰਨੀਆਂ ਨੇ ਤੇ ਆਓ ਬੇਟਾ ਆਪਾਂ ਸਟਾਰਟ ਕਰਦੇ ਹਾਂ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਤੁਸੀਂ ਚੱਕਰ ਦੇ ਆਪਣੇ ਕੋਲ ਵੱਖ-ਵੱਖ ਅਸੀਂ ਆਮ ਰੋਜ਼ਾਨਾ ਲਾਈਫ ਦੇ ਵਿੱਚ ਅਸੀਂ ਬਹੁਤ ਜਗ੍ਹਾ ਤੇ ਚੱਕਰ ਦੀ ਖੇਤਰਫਲ ਦੀ ਜਾਂ ਅਰਧਵਿਆਸੀ ਖੰਡ ਦੇ ਖੇਤਰਫਲਾਂ ਦੀ ਸਾਨੂੰ ਵਰਤੋਂ ਜਿਹੜੀ ਕਰਨੀ ਪੈਂਦੀ ਉਹਦੇ ਨਾਲ ਰਿਲੇਟਡ ਕੁਝ ਇੱਕ ਪਿਕਚਰਸ ਨੇ ਤੇ ਬੇਟੇ ਆਓ ਆਪਾਂ ਸਟਾਰਟ ਕਰਦੇ ਹਾਂ ਛੋਟੀ ਜਿਹੀ ਇੱਕ ਰਿਵੀਜ਼ਨ ਤੋਂ ਜਿਹੜੀ ਕਿ ਆਪਾਂ ਪਿਛਲੇ ਲੈਕਚਰ ਦੇ ਵਿੱਚ ਸਿੱਖੇ ਸੀ ਫਾਰਮੂਲੇ ਤੁਹਾਨੂੰ ਆਉਂਦੇ ਵੀ ਹੋਣੇ ਆ ਪਰ ਜਲਦੀ ਨਾਲ ਤੁਸੀਂ ਨੋਟ ਵੀ ਕਰੋ ਔਰ ਬੋਲੋ ਵੀ ਕਿ ਚੱਕਰ ਦਾ ਜਿਹੜਾ ਘੇਰਾ ਹੁੰਦਾ ਬੇਟਾ ਉਹਦਾ ਫਾਰਮੂਲਾ ਕੀ ਹੈ ਸਾਡੇ ਕੋਲ ਜਿਹਨੂੰ ਅਸੀਂ ਸਰਕਮਫਰੈਂਸ ਆਫ ਅ ਸਰਕਲ ਕਹਿੰਦੇ ਆ 2 ਪਾਈ r ਯੂਨਿਟਸ ਉਸ ਤੋਂ ਬਾਅਦ ਬੇਟੇ ਤੁਹਾਡੇ ਕੋਲ ਏਰੀਆ ਆਫ ਸਰਕਲ ਯਾਨੀ ਕਿ ਚੱਕਰ ਦਾ ਖੇਤਰਫਲ ਇਹਦਾ ਫਾਰਮੂਲਾ ਕੀ ਹੁੰਦਾ ਬੇਟਾ ਪਾਈ r ਸਕੁਆਇਰ ਯੂਨਿਟਸ ਉਸ ਤੋਂ ਬਾਅਦ ਬੇਟਾ ਏਰੀਆ ਆਫ ਅ ਸੈਮੀ ਸਰਕਲ ਜੇ ਮੈਂ ਤੁਹਾਨੂੰ ਕਹਾਂ ਅਰਧ ਚੱਕਰ ਦਾ ਖੇਤਰਫਲ ਤਾਂ ਤੁਹਾਨੂੰ ਪਤਾ ਹੈ ਤੁਸੀਂ ਪਾਈ r ਸਕੁਆਇਰ ਦੇ ਅੱਗੇ 1/2 ਨਾਲ ਗੁਣਾ ਕਰ ਦਵੋਗੇ 1/2 ਪਾਈ r ਸਕੁਆਇਰ ਯੂਨਿਟਸ ਉਸੇ ਤਰ੍ਹਾਂ ਨਾਲ ਏਰੀਆ ਆਫ ਕੁਆਡਰੈਂਟ ਆਫ ਅ ਸਰਕਲ ਕੁਆਡਰੈਂਟ ਦਾ ਮਤਲਬ ਹੁੰਦਾ ਹੈ ਚੱਕਰ ਦਾ ਚੌਥਾਈ ਭਾਗ ਜੇ ਆਪਾਂ ਉਹਦਾ ਖੇਤਰਫਲ ਫਾਈਂਡ ਆਊਟ ਕਰਨਾ ਹੈ ਤਾਂ ਤੁਸੀਂ ਕੀ ਕਰਦੇ ਹੋ ਬੇਟਾ ਫਾਰਮੂਲੇ ਦੇ ਅੱਗੇ ਕੀ ਲਗਾ ਦਿੰਦੇ ਹੋ 1/4 ਪਾਈ r ਸਕੁਆਇਰ ਯੂਨਿਟਸ ਆਪਾਂ ਲਿਖਦੇ ਹਾਂ ਕਿਉਂਕਿ ਸਾਡੇ ਕੋਲ ਜਿਹੜਾ ਖੇਤਰਫਲ ਹੈ ਹਮੇਸ਼ਾ ਵਰਗ ਇਕਾਈਆਂ ਦੇ ਵਿੱਚ ਜਿਹੜਾ ਹੁੰਦਾ ਉਸ ਤੋਂ ਬਾਅਦ ਬੇਟੇ ਜਸਟ ਫॉर द ਰਿਵੀਜ਼ਨ ਸੇ ਇੱਕ ਅਰਧਵਿਆਸੀ ਖੰਡ ਜਿਹਨੂੰ ਆਪਾਂ ਇੱਕ ਸੈਕਟਰ ਵੀ ਬੋਲਦੇ ਹਾਂ ਇਹਦਾ ਖੇਤਰਫਲ ਬੇਟਾ ਤੁਸੀਂ ਦੇਖਦੇ ਹੋ ਇੱਥੇ ਮੈਂ ਤੁਹਾਡੇ ਡਾਇਗਰਾਮ ਦੇ ਸਾਹਮਣੇ ਗ੍ਰੀਨ ਕਲਰ ਨਾਲ ਤੁਹਾਨੂੰ ਕੀ ਨਾਮ ਆਪਾਂ ਲਵਾਂਗੇ ਇਹਦਾ ਅਰਧਵਿਆਸੀ ਖੰਡ ਦਾ ਨਾਮ ਕੀ ਬੋਲਾਂਗੇ OPAB AQ OPAQ ਇਹ ਜਿਹੜਾ ਗ੍ਰੀਨ ਤੁਸੀਂ ਦੇਖ ਰਹੇ ਹੋ ਸ਼ੇਡਡ ਹੋਇਆ ਹੈ ਦਿਸ ਇਜ਼ ਅਰਧਵਿਆਸੀ ਖੰਡ ਦੈਟ ਇਜ਼ ਸੈਕਟਰ ਤੇ ਇਹਦਾ ਖੇਤਰਫਲ ਦਾ ਫਾਰਮੂਲਾ ਆਪਾਂ ਕਿਵੇਂ ਕੱਢ ਸਕਦੇ ਹਾਂ ਉਹਦੇ ਲਈ ਸਾਨੂੰ ਦੋ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਇੱਕ ਤਾਂ ਕੇਂਦਰ ਤੇ ਕਿੰਨੇ ਡਿਗਰੀ ਦਾ ਕੋਣ ਬਣਾਉਂਦਾ ਹੈ ਅਸੀਂ ਮੰਨ ਲੈਂਦੇ ਹਾਂ ਕਿ ਥੀਟਾ ਬਣਾ ਰਿਹਾ ਹੈ ਤਾਂ ਫਾਰਮੂਲਾ ਕੀ ਹੁੰਦਾ ਹੈ ਕੋਣ ਥੀਟਾ ਵਾਲੇ ਅਰਧਵਿਆਸੀ ਖੰਡ OPAQ ਦਾ ਖੇਤਰਫਲ θ/360 ਗੁਣਾ ਪਾਈ r ਸਕੁਆਇਰ ਯੂਨਿਟਸ ਉਸੇ ਤਰ੍ਹਾਂ ਬੇਟੇ ਕੋਣ ਥੀਟਾ ਵਾਲੇ ਅਰਧਵਿਆਸੀ ਖੰਡ ਦੀ ਸੰਗਤ ਚਾਪ ਬੇਟਾ ਕੀ ਹੁੰਦੀ ਹੈ ਮੈਂ ਤੁਹਾਨੂੰ ਦੱਸਿਆ ਸੀ ਕਿਸੇ ਚੱਕਰ ਦਾ ਘੇਰਾ P ਤੋਂ ਲੈ ਕੇ Q ਤੱਕ ਦੇਖੋ ਜਦੋਂ ਆਪਾਂ ਪਰਿਮਾਪ ਪਤਾ ਕਰਦੇ ਹਾਂ ਚੱਕਰ ਦਾ ਪੂਰਾ ਘੇਰਾ ਪਤਾ ਕਰਦੇ ਹਾਂ ਤਾਂ ਸਾਨੂੰ ਇਸ ਦੀ ਪੂਰੀ ਲੰਬਾਈ ਪਤਾ ਲੱਗਦੀ ਹੈ ਚੱਕਰ ਦੀ ਘੇਰੇ ਦੀ ਲੰਬਾਈ ਉਹਨੂੰ ਆਪਾਂ ਪਰਿਮਾਪ ਕਹਿੰਦੇ ਆ ਜੇਕਰ ਮੈਂ P ਤੋਂ ਲੈ ਕੇ Q ਤੱਕ ਜਾਣਾ ਹੋਵੇ ਸਿਰਫ ਇੰਨੀ ਹੀ ਲੈਂਥ ਇਹਨੂੰ ਅਸੀਂ ਕੀ ਬੋਲਦੇ ਹਾਂ ਚੱਕਰ ਦੀ ਚਾਪ ਠੀਕ ਹੈ ਬੇਟਾ ਤੇ ਇਹਦੀ ਆਪਣਾ ਫਾਰਮੂਲਾ ਕੀ ਸੀ θ/360 ਗੁਣਾ 2 ਪਾਈ r ਯੂਨਿਟਸ ਇਜ਼ ਇਟ ਕਲੀਅਰ ਇੱਕ ਤਰ੍ਹਾਂ ਤੁਸੀਂ ਇੱਕ ਵਾਰ ਰਿਵੀਜ਼ਨ ਆਪਾਂ ਕੀਤੀ ਹੈ ਤੇ ਇਸ ਚੈਪਟਰ ਲਈ ਬੇਟੇ ਜਦੋਂ ਆਪਾਂ ਚੱਕਰ ਖੰਡ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਉਹਦੇ ਲਈ ਤੁਹਾਨੂੰ ਏਰੀਆ ਆਫ ਟ੍ਰਾਇੰਗਲ ਵੀ ਪਤਾ ਹੋਣਾ ਚਾਹੀਦਾ ਉਹਦਾ ਫਾਰਮੂਲਾ ਵੀ ਪਤਾ ਹੋਣਾ ਚਾਹੀਦਾ ਉਹ ਵੀ ਆਪਾਂ ਇੱਕ ਵਾਰ ਦੇਖ ਲੈਂਦੇ ਆ ਵੱਖ-ਵੱਖ ਤਰ੍ਹਾਂ ਦੇ ਬੇਟਾ ਹੁੰਦੇ ਆ ਟ੍ਰਾਇੰਗਲ ਤੇ ਜੇਕਰ ਤਾਂ ਤੁਹਾਡੇ ਕੋਲ ਇੱਕ ਆਪਣੇ ਕੋਲ ਤ੍ਰਿਭੁਜ ਦਿੱਤਾ ਹੈ ਤੇ ਜੇਕਰ ਉਸ ਤ੍ਰਿਭੁਜ ਦਾ ਸਾਨੂੰ ਲੰਬ ਵੀ ਪਤਾ ਹੈ ਤੁਸੀਂ ਦੇਖ ਪਾ ਰਹੇ ਹੋ ਨਾ ਕਿ ਲੰਬ ਗਿਵਨ ਹੈ h ਦੀ ਵੈਲਿਊ ਜਿਵੇਂ ਮੰਨ ਲਓ ਫਿਰ ਤਾਂ ਅਸੀਂ ਤ੍ਰਿਭੁਜ ਦਾ ਖੇਤਰਫਲ 1/2 ਆਧਾਰ ਗੁਣਾ ਸ਼ਿਖਰ ਲੰਬ ਜਿਸ ਆਧਾਰ ਦੇ ਉੱਪਰ ਲੰਬ ਖਿੱਚਿਆ ਹੋਇਆ ਉਹ ਵਾਲਾ ਅਸੀਂ ਲੈਂਦੇ ਹਾਂ 1/2 ਆਧਾਰ ਗੁਣਾ ਸ਼ਿਖਰ ਲੰਬ ਉਸੇ ਤਰ੍ਹਾਂ ਬੇਟਾ ਜੇਕਰ ਤੁਹਾਡੇ ਕੋਲ ਇੱਕ ਹੋਰ ਰਾਈਟ ਐਂਗਲ ਟ੍ਰਾਇੰਗਲ ਹੈ ਉਹਦਾ ਵੀ ਫਾਰਮੂਲਾ ਆਪਾਂ ਇਹੀ ਲਗਾ ਸਕਦੇ ਹਾਂ 1/2 ਆਧਾਰ ਗੁਣਾ ਸ਼ਿਖਰ ਲੰਬ ਉਸੇ ਤਰ੍ਹਾਂ ਜੇਕਰ ਸਾਡੇ ਕੋਲ ਤ੍ਰਿਭੁਜ ਹੈ ਮੰਨ ਲਓ ਸਮਭੁਜੀ ਤ੍ਰਿਭੁਜ ਹੋਵੇ ਸਮਭੁਜੀ ਤ੍ਰਿਭੁਜ ਮਤਲਬ ਤਿੰਨੋਂ ਭੁਜਾਵਾਂ ਉਹਦੀਆਂ ਕੀ ਹਨ ਬਰਾਬਰ ਫਿਰ ਬੇਟੇ ਅਸੀਂ ਕਿਹੜਾ ਫਾਰਮੂਲਾ ਲਗਾਉਂਦੇ ਹਾਂ ਵਰਗਮੂਲ 3/4 ਭੁਜਾ ਗੁਣਾ ਭੁਜਾ ਤੇ ਇਹ ਯਾਨੀ ਇਹ ਵਾਲਾ ਸੀ ਜਿਹੜਾ ਫਾਰਮੂਲਾ ਯੂਜ਼ ਕਰਦੇ ਆ ਇਸ ਤੋਂ ਇਲਾਵਾ ਹੋਰ ਵੀ ਤਰ੍ਹਾਂ ਦੇ ਹੋ ਸਕਦੇ ਨੇ ਤ੍ਰਿਭੁਜ ਪਰ ਜ਼ਿਆਦਾਤਰ ਜਿਹੜੇ ਤੁਹਾਡੇ ਇਸ ਚੈਪਟਰ 'ਚ ਇਹਨਾਂ ਦੇ ਤ੍ਰਿਭੁਜਾਂ ਦੇ ਨਾਲ ਤੁਹਾਡਾ ਜਿਹੜਾ ਹੈ ਕੁਐਸਚਨ ਸੋਲਵ ਹੋ ਜਾਂਦਾ ਹੈ ਹੁਣ ਬੇਟੇ ਸੈਗਮੈਂਟ ਆਫ ਅ ਸਰਕਲ
ਇਹ ਵੀ ਆਪਾਂ ਇੱਕ ਵਾਰੀ ਫਾਰਮੂਲਾ ਦੇਖ ਲੈਂਦੇ ਆ। ਸੈਗਮੈਂਟ ਚੱਕਰਖੰਡ ਕਿਹੜਾ ਹੁੰਦਾ ਹੈ ਬੇਟੇ, ਜਦੋਂ ਆਪਾਂ ਜਿਹੜੀ ਚਾਪ ਤੋਂ ਜਿਹੜੀ ਜੀਵਾ ਜਦੋਂ ਅਸੀਂ ਖਿੱਚ ਲੈਂਦੇ ਹਾਂ ਤਾਂ ਜਦੋਂ ਜਿਹੜੀ ਜੀਵਾ ਹੈ ਉਹ ਚੱਕਰ ਨੂੰ ਦੋ ਭਾਗਾਂ 'ਚ ਵੰਡਦੀ ਹੈ ਬੇਟੇ। ਤੁਸੀਂ ਦੇਖ ਪਾ ਰਹੇ ਹੋ, ਇੱਕ ਗ੍ਰੀਨ ਕਲਰ ਨਾਲ ਮੈਂ ਸ਼ੇਡਡ ਕੀਤਾ ਹੋਇਆ, ਇੱਕ ਬਾਕੀ ਜਿਹੜਾ ਯੈਲੋ ਹੈ ਉਹਨੂੰ ਅਸੀਂ ਜਿਹੜਾ ਵੱਡਾ ਹੈ ਉਸ ਨੂੰ ਦੀਰਘ ਚੱਕਰਖੰਡ ਤੇ ਛੋਟੇ ਨੂੰ ਅਸੀਂ ਕੀ ਬੋਲਦੇ ਹਾਂ, ਲਘੂ ਚੱਕਰਖੰਡ ਬੋਲਦੇ ਹਾਂ। ਤੇ ਜੇਕਰ ਬੇਟੇ ਆਪਾਂ ਇਹ ਗ੍ਰੀਨ ਭਾਗ ਦਾ ਖੇਤਰਫਲ ਪਤਾ ਕਰਨਾ ਹੈ ਤਾਂ ਸਾਨੂੰ ਅਸੀਂ ਕਿਵੇਂ ਪਤਾ ਕਰਾਂਗੇ, ਅਸੀਂ OAPB ਅਰਧਵਿਆਸੀ ਖੰਡ OAPB ਦੇ ਵਿੱਚੋਂ ਬੇਟਾ ਤ੍ਰਿਭੁਜ OAB ਦਾ ਜਿਹੜਾ ਖੇਤਰਫਲ ਹੈ ਉਹ ਅਸੀਂ ਮਾਈਨਸ ਕਰ ਦੇਵਾਂਗੇ, ਜਿਵੇਂ ਕਿ ਤੁਸੀਂ ਸਕਰੀਨ ਤੇ ਦੇਖ ਰਹੇ ਹੋ। ਅਰਧਵਿਆਸੀ ਖੰਡ ਜਦੋਂ ਬੇਟਾ ਇਸ ਤਰ੍ਹਾਂ ਲਿਖਿਆ ਹੁੰਦਾ ਹੈ ਨਾ, ਤਾਂ ਜੋ ਤੁਹਾਡੇ ਕੋਲ ਇੱਥੇ ਨਾਮ ਲਿਖਿਆ ਜੋ ਉਹ ਤੁਹਾਡੀਆਂ ਉਵੇਂ ਤੁਹਾਡੀ ਜਿਹੜੀ ਤੁਹਾਡੀ ਦ੍ਰਿਸ਼ਟੀ ਨਜ਼ਰ ਉੱਥੇ ਘੁੰਮਣੀ ਚਾਹੀਦੀ ਹੈ, ਤਾਂ ਤੁਹਾਨੂੰ ਬਿਲਕੁਲ ਸਮਝ ਆ ਜਾਂਦਾ ਹੈ। ਚੱਕਰਖੰਡ APB ਦੇਖੋ ਬੇਟਾ, APB ਜਿਹੜਾ ਗ੍ਰੀਨ ਹਿੱਸੇ ਨਾਲ ਤੁਹਾਨੂੰ ਦਿਖ ਰਿਹਾ ਹੈ। ਅਰਧਵਿਆਸੀ ਖੰਡ OAPB ਇਹ ਅਰਧਵਿਆਸੀ ਖੰਡ ਬਣ ਰਿਹਾ ਜਿਹਦਾ ਕਿ ਕੋਣ ਕਿੰਨਾ ਹੈ, ਥੀਟਾ। ਠੀਕ ਹੈ ਬੇਟੇ, ਤਾਂ ਇਹਦਾ ਖੇਤਰਫਲ ਦਾ ਫਾਰਮੂਲਾ ਸਾਨੂੰ ਆਂਦਾ ਹੈ ਥੀਟਾ ਵਟਾ 360 ਗੁਣਾ ਪਾਈ ਆਰ ਸਕੁਅਰ, ਤੇ ਮਾਈਨਸ ਕੀ ਕਰ ਦਿੱਤਾ ਅਸੀਂ ਤ੍ਰਿਭੁਜ OAB ਦਾ ਖੇਤਰਫਲ। ਹੁਣ ਇਹ ਤ੍ਰਿਭੁਜ OAB ਕਿਹੋ ਜਿਹਾ ਬਣ ਰਿਹਾ ਹੈ ਉਹ ਆਪਾਂ ਨੂੰ ਬੇਟੇ ਉਹਦੀ ਜਿਹੜੀ ਕਿੱਥੋਂ ਪਤਾ ਲੱਗਦਾ ਹੈ, ਕੰਡੀਸ਼ਨ ਜਿਵੇਂ ਜੋ ਥੀਟਾ ਦਿੱਤਾ ਹੋਇਆ, ਮੰਨ ਲਓ ਜੇ ਥੀਟਾ 60 ਡਿਗਰੀ ਦਿੱਤਾ ਹੋਇਆ ਤਾਂ ਤੁਹਾਡੇ ਕੋਲੇ ਸਮਭੁਜੀ ਤ੍ਰਿਭੁਜ ਬਣ ਜਾਵੇਗਾ। 90 ਡਿਗਰੀ ਦਿੱਤਾ ਹੋਇਆ ਹੈ ਤਾਂ ਕਿਹੜਾ ਬਣ ਜਾਏਗਾ ਤੁਹਾਡੇ ਕੋਲ, ਇਹ ਕੀ ਬਣ ਜਾਏਗਾ, ਹਾਂਜੀ ਸਮਕੋਣ ਤ੍ਰਿਭੁਜ ਬਣ ਜਾਏਗਾ। ਔਰ ਜੇਕਰ ਕੋਈ ਵੀ ਹੋਰ ਐਂਗਲ ਦਿੱਤਾ ਹੈ ਤੇ ਇਹਨੇ ਸਮ ਦੋ ਭੁਜੀ ਤ੍ਰਿਭੁਜ ਤਾਂ ਬਣਨਾ ਹੀ ਬਣਨਾ ਹੈ। ਤਾਂ ਇਸ ਤਰ੍ਹਾਂ ਨਾਲ ਬੇਟੇ ਆਪਾਂ ਜਿਹੜਾ ਹੈ ਉਵੇਂ ਜੋ ਵੀ ਤ੍ਰਿਭੁਜ ਹੋਊਗਾ ਉਹਦੇ ਹਿਸਾਬ ਨਾਲ ਸਾਡਾ ਫਾਰਮੂਲਾ ਚੇਂਜ ਹੋਊਗਾ ਤ੍ਰਿਭੁਜ ਦੇ ਖੇਤਰਫਲ ਦਾ, ਤੇ ਅਸੀਂ ਕਾਹਦਾ ਫਿਰ ਇਹਨਾਂ ਦੇ ਵਿੱਚੋਂ ਅਰਧਵਿਆਸੀ ਖੰਡ ਚੋਂ ਕੋਰਸਪੋਂਡਿੰਗ ਜੋ ਤ੍ਰਿਭੁਜ ਬਣ ਰਿਹਾ ਉਹਦਾ ਖੇਤਰਫਲ ਮਾਈਨਸ ਕਰਕੇ ਵੀ ਵਿਲ ਗੈਟ ਦਾ ਏਰੀਆ ਆਫ ਸੈਗਮੈਂਟ APB। ਇਜ਼ ਇਟ ਕਲੀਅਰ? ਹੁਣ ਅਸੀਂ ਬੇਟਾ ਇੱਕ ਛੋਟਾ ਜਿਹਾ ਕੁਐਸਚਨ ਲੈਂਦੇ ਹਾਂ ਕਿ ਕਿਸੇ ਕਾਰ ਦੇ ਹਰੇਕ ਪਹੀਏ ਦਾ ਵਿਆਸ 80 ਸੈਂਟੀਮੀਟਰ ਹੈ। ਜੇਕਰ ਇਹ ਕਾਰ 66 ਕਿਲੋਮੀਟਰ ਪ੍ਰਤੀ ਘੰਟਾ ਦੀ ਚਾਲ ਨਾਲ ਚੱਲ ਰਹੀ ਹੈ ਤਾਂ 10 ਮਿੰਟ ਵਿੱਚ ਹਰੇਕ ਪਹੀਆ ਕਿੰਨੇ ਚੱਕਰ ਲਗਾਉਂਦਾ ਹੈ। ਬੇਟੇ ਸਭ ਤੋਂ ਪਹਿਲਾਂ ਤੁਸੀਂ ਦੇਖਣਾ ਹੁੰਦਾ ਹੈ ਕਿ ਤੁਹਾਨੂੰ ਗਿਵਨ ਕੀ ਹੈ। ਜੋ ਗਿਵਨ ਹੈ ਦੇਖੋ, ਤੁਹਾਨੂੰ ਇੱਕ ਤਾਂ ਪਹੀਏ ਦਾ ਵਿਆਸ ਦਿੱਤਾ ਹੋਇਆ ਬੇਟਾ, ਪਹੀਏ ਦਾ ਵਿਆਸ ਹੈ ਤਾਂ ਅਸੀਂ ਪਹੀਏ ਦਾ ਅਰਧ ਵਿਆਸ ਸਾਨੂੰ ਚਾਹੀਦਾ ਹੈ। ਪਹੀਏ ਦਾ ਅਰਧ ਵਿਆਸ R ਕਿੰਨਾ ਹੋਏਗਾ ਬੇਟੇ, 80 ਵਟਾ 2 ਤੁਹਾਡੇ ਕੋਲ 40 ਸੈਂਟੀਮੀਟਰ। ਯੂਨਿਟਸ ਲਿਖਣਾ ਬਹੁਤ ਇੰਪੋਰਟੈਂਟ ਹੈ ਬੇਟਾ। 40 ਸੈਂਟੀਮੀਟਰ ਹੋ ਗਿਆ ਤੁਹਾਡੇ ਕੋਲ ਪਹੀਏ ਦਾ ਅਰਧ ਵਿਆਸ। ਉਸ ਤੋਂ ਬਾਅਦ ਜਿਹੜੀ ਕਾਰ ਹੈ, ਕਾਰ ਦੀ ਚਾਲ ਕਿੰਨੀ ਹੈ, ਕਾਰ ਦੀ ਚਾਲ ਕਿੰਨੀ ਚਾਲ ਨਾਲ ਚੱਲ ਰਹੀ ਹੈ, ਸਪੀਡ ਨਾਲ 66 ਕਿਲੋਮੀਟਰ ਪ੍ਰਤੀ ਘੰਟਾ। ਠੀਕ ਹੈ ਬੇਟੇ, ਤਾਂ ਅਸੀਂ ਸਭ ਤੋਂ ਪਹਿਲਾਂ ਤਾਂ ਇਹ ਦੇਖਣਾ ਹੈ ਕਿ ਕੁਐਸਚਨ ਸਮਝੋ, ਉਹਨੇ ਕਿਹਾ 10 ਮਿੰਟ ਵਿੱਚ। ਪਹਿਲਾਂ ਤਾਂ ਆਪਾਂ ਨੂੰ ਇਹ ਪਤਾ ਕਰਨਾ ਪੈਣਾ ਹੈ ਕਿ ਸਪੀਡ ਦਿੱਤੀ ਹੈ ਕਿ 1 ਘੰਟੇ 'ਚ 66 ਕਿਲੋਮੀਟਰ ਚੱਲਦੀ ਹੈ, ਤਾਂ 10 ਮਿੰਟ ਦੇ ਵਿੱਚ ਕਾਰ ਕਿੰਨੀ ਦੂਰੀ ਤੈਅ ਕਰ ਰਹੀ ਹੈ, ਪਹਿਲਾਂ ਤਾਂ ਅਸੀਂ ਇਹ ਦੇਖਾਂਗੇ। ਫਿਰ ਬੇਟੇ ਦੂਰੀ ਜਦੋਂ ਮੰਨ ਲਓ ਦੂਰੀ ਜਿੰਨੀ ਤੈਅ ਕਰ ਰਹੀ ਉਹਦੇ ਵਿੱਚ ਜਿਹੜਾ ਚੱਕਰ ਦਾ ਜਿਹੜਾ ਤੁਹਾਡੇ ਕੋਲ ਪਹੀਆ ਹੈ ਉਹ ਉਨੀ ਦੂਰੀ ਤੈਅ ਕਰਨ ਲਈ ਕਿੰਨੇ ਚੱਕਰ ਲਗਾਏਗਾ। ਤੇ ਆਪਾਂ ਨੂੰ ਪਤਾ ਹੈ ਬੇਟੇ ਜੇ ਆਪਾਂ ਪਹੀਏ ਦੁਆਰਾ ਤੈਅ ਕੀਤੀ ਗਈ ਦੂਰੀ ਪਤਾ ਕਰਨੀ ਹੈ ਤਾਂ ਸਾਨੂੰ ਕੀ ਪਤਾ ਕਰਨਾ ਪੜੇਗਾ, ਉਸ ਪਹੀਏ ਦਾ ਕੀ ਪਤਾ ਕਰਨਾ ਪਏਗਾ, ਉਸ ਦਾ ਘੇਰਾ। ਬਿਲਕੁਲ ਠੀਕ ਹੈ, ਤਾਂ ਬਸ ਆਪਾਂ ਹੁਣ ਬੇਟੇ ਇਸੇ ਸਟੈਪ ਨਾਲ ਚੱਲਦੇ ਹਾਂ। ਪਹਿਲਾਂ ਅਸੀਂ ਕਾਰ ਦੀ ਚਾਲ ਲਿਖ ਲਈ 66 ਕਿਲੋਮੀਟਰ ਪ੍ਰਤੀ ਘੰਟਾ। ਹੁਣ ਮੈਂ ਲਿਖ ਰਹੀ ਹਾਂ ਕਾਰ ਵੱਲੋਂ 10 ਮਿੰਟ ਵਿੱਚ ਤੈਅ ਕੀਤੀ ਗਈ ਦੂਰੀ, ਵਿੱਚ ਤੈਅ ਕੀਤੀ ਗਈ ਦੂਰੀ। ਦੇਖੋ ਬੇਟਾ 66 ਕਿਲੋਮੀਟਰ, ਧਿਆਨ ਨਾਲ ਦੇਖੋ, ਪ੍ਰਤੀ ਘੰਟਾ मतलब 1 घंटा, चाहे तो मैं इत्थे 1 घंटा लिखा पर 1 घंटे च मेरे को किन्ने मिनट होंगे बेटा 60 मिनट। ते मेरे को किन्ने आपां किन्ने मिनट च दूरी पता करनी है 10 मिनट च, तो असीं इहनूं 10 नाल मल्टीप्लाई कर लेंदे हाँ। लो बच्चे 11 किलोमीटर जिहड़ी दूरी है तुहाडी कार है वो किन्ने मिनट च तय कर रही है 10 मिनट दे विच। ਹੁਣ ਆਪਾਂ ਧਿਆਨ ਕੀ ਰੱਖਣਾ ਬੇਟਾ ਯੂਨਿਟਸ ਦਾ। ਇੱਥੇ ਸਾਡੇ ਕੋਲ ਦੂਰੀ ਕਿਲੋਮੀਟਰਸ 'ਚ ਹੈ ਲੇਕਿਨ ਸਾਡੇ ਕੋਲ ਹਜੇ ਜਿਹੜਾ ਅਰਧ ਵਿਆਸ ਹੈ ਉਹ ਕਾਹਦੇ 'ਚ ਸੈਂਟੀਮੀਟਰਸ 'ਚ। ਠੀਕ ਹੈ ਨਾ, ਤਾਂ ਹੁਣ ਜੇ ਅਸੀਂ ਪਹਿਲਾਂ ਪਹੀਏ ਦਾ ਕੀ ਪਤਾ ਕਰਦੇ ਹਾਂ, ਦੇਖੋ ਧਿਆਨ ਨਾਲ, ਪਹੀਏ ਦਾ ਘੇਰਾ ਕੀ ਫਾਰਮੂਲਾ ਹੈ ਉਹਦਾ 2 ਪਾਈ ਆਰ, ਤਾਂ ਤੁਹਾਡੇ ਕੋਲ ਕੀ ਬਣ ਜਾਏਗਾ 2 ਗੁਣਾ 22 ਵਟਾ 7 ਗੁਣਾ 40 ਇੰਨੇ ਸੈਂਟੀਮੀਟਰਸ। ਹਜੇ ਸੋਲਵ ਕਰਨ ਦੀ ਲੋੜ ਨਹੀਂ ਹੈ,
बाद दे विच आपां इकट्ठा ही सॉल्व कर लांगे। इन्ने सेंटीमीटर। हुण मान लो जिहड़ा पहिया है वो किन्ने चक्कर कटदा है, 11 किलोमीटर की दूरी तय करन लई x, तो इहदा मतलब की होगा 2 गुना 22/7 गुना 40 गुना x बराबर है 11 किलोमीटर। ठीक है, मान लो आप इत्थे x की है कि किन्ने जिहड़े पहिए दे चक्कर लगे है। ठीक है बेटा, तो हुण सब तो पहला तो आपां नूं इधर सेंटीमीटर है इधर किलोमीटर, तो इहनूं पहला असीं बेटा या तो इहनूं सेंटीमीटर च पहला बदल लीए, किन्ना आएगा ये 11 गुना किलोमीटर दे विच मीटर किन्ने हुंदे आ बेटा 1000, ते फिर इहनूं फिर 1 मीटर दे विच किन्ने सेंटीमीटर हुंदे 100। लो बेटा हुण ये तुहाडीआं यूनिट्स दोनों पासे की हो गईआं सेम। हुण असीं बेटे इत्थों x दी वैल्यू फाइंड आउट कर लांगे। x किन्ना आ जाएगा, ये बेटा सारा कुछ इधर आके अपन नूं पता है 2 गुना 22 गुना 40, ये असीं देखते हैं जिहड़ा है इहदे नीचे अपने उधर रेसिप चला जाएगा डिनोमीनेटर च, आपां इस तरह x की वैल्यू आपां इत्थों फाइंड आउट करांगे। देखो तुसी असीं इहनूं बेटे सिंपलीफाई करदे हां। दो फिर इत्थे बेटे तुहाडे कोल 500, फिर 2 कट्टिया गया तुहाडे कोल 250, फिर 2 बेटा कट्टिया गया 125, ते इहनूं बेटा जिहड़ा तुहाडे कोल सॉल्व करके 4375 है जिहड़ा तुहाडे कोल बेटा इहदा आंसर है जिहड़ा आ जाएगा। ਤਾਂ ਤੁਸੀਂ ਦੇਖਿਆ ਇਹਦੇ ਵਿੱਚ ਧਿਆन रखना है, क्वेश्चन ਆਪਾਂ ਨੂੰ ਆਂਦਾ ਹੁੰਦਾ है, अक्सर मिसटेक्स ਹੁੰਦੀਆਂ यूनिट्स ਆਪਾਂ ਦੇਖਣੀਆਂ ਹੁੰਦੀਆਂ सब तो पहला ਤਾਂ कि किस यूनिट च ਆਪਾਂ ਦਿੱਤਾ ਕਿ ਅਸੀਂ ਜਦੋਂ ਦੋ ਚੀਜ਼ਾਂ ਇਕੁਏਟ ਕਰ ਰਹੇ ਹਾਂ यूनिट्स ਉਹਨਾਂ ਦੀਆਂ ਬਰਾਬਰ ਹੈ ਨਹੀਂ ਬਰਾਬਰ ਤਾਂ ਅਸੀਂ ਇਹ ਚੀਜ਼ ਦਾ ਪੂਰਾ ਧਿਆਨ ਰੱਖਣਾ ਹੈ, ਜਿਵੇਂ ਅਸੀਂ ਕਿਲੋਮੀਟਰਸ ਨੂੰ ਇਸ ਕੁਐਸਚਨ ਦੇ ਵਿੱਚ ਸੈਂਟੀਮੀਟਰ ਚ ਲੈ ਕੇ ਗਏ। ਤਾਂ ਉਸੇ ਤਰ੍ਹਾਂ ਦਾ ਬੇਟੇ एक क्वेश्चन हो रहा है, टिक द करेक्ट आंसर इन द फॉलोइंग, एरिया ऑफ अ सेक्टर ऑफ एंगल P, यानी कि इत्थे अपने को थीटा की जगह ते की दिता होया P डिग्री, ऑफ अ सर्कल विद रेडियस, ओदा जिहड़ा रेडियस है बेटे वो कितना दिता होया R। तां असीं की पता करना है एरिया ऑफ सेक्टर, सेक्टर मतलब अर्धव्यासी खंड दा की फॉर्मूला बेटा थीटा वटा 360 गुना पाई R स्क्वायर। ठीक है, हुण आपां ने थीटा की जगह ते अपने कोल P है ते 360 है, पाई R स्क्वायर भी है, बिल्कुल अपने को R की जगह आपां कैपिटल, पर हुण आपां नूं लगदा है कि इहदे नाल दा तां आंसर कोई है ही नहीं। इहदे विच देखो तुसीं चारों ऑप्शन ध्यान नाल देखो। हुण हालांकि क्वेश्चन थोड़ा जिहा ट्रिकी है, इहदे विच तुसीं देखो बड़े ध्यान नाल, सब तो पहलां ते इत्थे समझो कि पाई R स्क्वायर होना जरूरी है क्योंकि एरिया है, तां आ दो ऑप्शनस तां बेटे पहले ही अपनियां रॉन्ग हो गईआं क्योंकि 2 पाई R है। ਤਾਂ ਹੁਣ ਇਹਨਾਂ ਦੋਨਾਂ ਚ ਅਸੀਂ ਦੇਖਣਾ ਹੈ, ਇਹਦੇ ਵਿੱਚ ਬੇਟਾ P ਵਟਾ 180 ਦਿੱਤਾ ਹੋਇਆ, ਇਹਦੇ ਵਿੱਚ P ਵਟਾ 772, ਪਰ ਇਹਦੇ ਨਾਲ ਇੱਥੇ 2 ਲੱਗਿਆ ਹੋਇਆ ਹੈ। ਹੁਣ ਤੁਸੀਂ ਧਿਆਨ ਨਾਲ ਦੇਖੋ, ਜੇਕਰ ਇਸ ਨੂੰ ਮੈਂ ਅਤੇ ਅੰਸ਼ ਤੇ ਹਰ ਦੋਨਾਂ ਨਾਲ 2 ਨਾਲ ਗੁਣਾ ਕਰਦਾ ਬੇਟੇ, ਦੇਖੋ ਕੀ ਬਣ ਜਾਏਗਾ, ਇਹ P 360 ਨੂੰ 2 ਨਾਲ ਗੁਣਾ ਕੀਤੀ 720 ਗੁਣਾ ਆ ਵਾਲਾ 2 ਬੇਟੇ ਮੈਂ ਇੱਥੇ ਲਗਾ ਦਿੱਤਾ 2 ਪਾਈ R स्क्वायर। इज इट क्लीयर? ਤਾਂ ਹੁਣ ਤੁਸੀਂ ਦੇਖੋ ਆਹੀ ਤੁਹਾਡੇ ਕੋਲ ਬੇਟੇ ਇੱਥੇ ਆਨਸਰ ਦਿੱਤਾ ਹੋਇਆ। नहीं तो हुण जे मान लो यही क्वेश्चन पेपर च आ जाता है, आपां नूं लगदा भी इस फॉर्मूला तो है ही नहीं, तो थोड़ा जिहा ध्यान नाल देखना भी इत्थे उहने इहदे च इत्थे 2 भी इत्थे 2 लगाया, इत्थे भी इहने 2 नाल मल्टीप्लाई कीता है, तो ऑप्शन इज डी, आंसर इज डी ऑप्शन। हुण बेटे 1 मार्क वाले थोड़े जे क्वेश्चन है, आपां पिछली बार भी कीते सी, एक बारी दोबारा मैं तां क्योंकि 1 मार्क वाला क्वेश्चन इचों आना ही है चैप्टर च। अर्ध व्यास R वाले चक्कर दा घेरा 2 पाई R स्क्वायर होवेगा, सही है या गलत है? ये हाँ जी गलत है क्योंकि फॉर्मूला सानू पता है की हुंदा है पाई R स्क्वायर। उस तो बाद बेटे 1 सेंटीमीटर अर्ध व्यास वाले चक्कर दा खेत्रफल पाई वर्ग सेंटीमीटर होएगा। हुण ध्यान नाल देखो, चक्कर दा खेत्रफल कढना है, फॉर्मूला सानू पता है चक्कर दे खेत्रफल दा, एकदम आपां नूं याद आ जांदा है पाई R स्क्वायर, ते इहदे विच अर्ध व्यास बेटे उहने 1 दित्ता है तुहानूं, तां तुहाडे कोल पाई गुना 1 कितना आ जाएगा पाई वर्ग सेंटीमीटर। ਤਾਂ ਇਹ ਆਨਸਰ ਆਪਣਾ ਪਾਈ वर्ग सेंटीमीटर, बिल्कुल ਇਹ ਆਨਸਰ ਹੈ ਜਿਹੜਾ ਸਹੀ ਹੈ। ਚੱਕਰ ਦੀ ਸਭ ਤੋਂ ਵੱਡੀ ਜੀਵਾ ਚੱਕਰ ਦਾ ਵਿਆਸ ਹੁੰਦਾ ਹੈ, ਇਹ ਆਪਾਂ ਨੂੰ ਪਤਾ ਹੈ, ਬਿਲਕੁਲ ਠੀਕ ਹੈ, ਸਹੀ ਹੈ। ਉਸ ਤੋਂ ਬਾਅਦ ਅਰਧ ਵਿਆਸੀ ਖੰਡ ਦਾ ਖੇਤਰਫਲ ਪਤਾ ਕਰਨ ਦਾ ਸੂਤਰ ਦੱਸੋ, ਕੀ ਹੈ ਬੇਟੇ ਸੂਤਰ ਆਪਾਂ ਨੂੰ ਪਤਾ ਹੈ, ਅਰਧ ਵਿਆਸੀ ਖੰਡ ਦਾ ਖੇਤਰਫਲ ਬਰਾਬਰ ਹੈ ਥੀਟਾ ਵਟਾ 360 ਗੁਣਾ ਪਾਈ R स्क्वायर। ਇੱਥੇ ਤੁਸੀਂ ਅੱਗੇ ਲਿਖ ਵੀ ਸਕੋਗੇ ਅਰਧ ਵਿਆਸੀ खंड दा खेत्रफल। उस तो बाद बेटे
ਕੋਣ ਥੀਟਾ ਵਾਲੇ ਅਰਧਵਿਆਸੀ ਖੰਡ ਦੇ ਸੰਗਤ ਚਾਪ ਦੀ ਲੰਬਾਈ ਦਾ ਸੂਤਰ ਵੀ ਆਪਾਂ ਨੂੰ ਪਤਾ ਹੈ। ਮੈਂ ਤੁਹਾਨੂੰ ਬਾਰ-ਬਾਰ ਸਿਰਫ ਜਿੰਨੀ ਵਾਰ ਬੇਟੇ ਆਪਾਂ ਬੋਲਦੇ ਹਾਂ ਜਾਂ ਲਿਖਦੇ ਹਾਂ ਤੁਹਾਨੂੰ ਉਨੀ ਵਾਰ ਜਿਹੜੇ ਫਾਰਮੂਲੇ ਬੇਟੇ ਤੁਹਾਡੇ ਚੰਗੀ ਤਰ੍ਹਾਂ ਤੁਹਾਡੇ ਜਿਹੜੀ ਮੈਮਰੀ ਦੇ ਵਿੱਚ ਪੂਰਾ ਜ਼ਿਆਦਾ ਦੇਰ ਤੱਕ ਉਹ ਰਿਟੇਨ ਕਰਦੇ ਹਨ into 2 pi r। is it clear? ਤੇ ਉਸ ਤੋਂ ਬਾਅਦ ਅਸੀਂ ਇੱਕ ਹੋਰ ਬੇਟੇ a very important question from this unit। 15 ਸੈਂਟੀਮੀਟਰ ਭੁਜਾ ਵਾਲੇ ਇੱਕ ਵਰਗਾਕਾਰ ਘਾਹ ਦੇ ਮੈਦਾਨ ਦੇ ਇੱਕ ਕੋਨੇ ਤੇ ਲੱਗੇ ਕਿਲ ਨਾਲ ਘੋੜੇ ਨੂੰ 5 ਮੀਟਰ ਲੰਬੀ ਰੱਸੀ ਨਾਲ ਬੰਨਿਆ ਹੋਇਆ ਹੈ। ਪਤਾ ਕਰੋ, ਅਸੀਂ ਪਤਾ ਦੇਖੋ ਬੇਟੇ ਇੱਥੇ ਧਿਆਨ ਨਾਲ ਦੇਖੋ, ਪਤਾ ਕੀ ਕਰਨਾ ਹੈ, ਮੈਦਾਨ ਦੇ ਉਸ ਭਾਗ ਦਾ ਖੇਤਰਫਲ ਜਿੱਥੇ ਘੋੜਾ ਘਾਹ ਚਰ ਸਕਦਾ ਹੈ। ਚਰੇ ਜਾਣ ਵਾਲੇ ਖੇਤਰਫਲ ਵਿੱਚ ਵਾਧਾ ਜੇਕਰ ਘੋੜੇ ਦੀ ਰੱਸੀ ਨੂੰ ਵਧਾ ਕੇ 10 ਮੀਟਰ ਕਰ ਦਿੱਤਾ ਜਾਵੇ। ਦੇਖੋ ਪਹਿਲਾਂ ਬੇਟੇ ਜਿਹੜਾ ਵਰਗਾਕਾਰ ਸਾਨੂੰ ਘਾਹ ਦਾ ਮੈਦਾਨ ਦਿੱਤਾ ਹੈ ਉਹਦੀ ਭੁਜਾ ਕਿੰਨੀ ਹੈ 50 ਸੈਂਟੀਮੀਟਰ, ਠੀਕ ਹੈ, ਤੇ ਜਿਹੜਾ ਘੋੜਾ ਬੰਨਿਆ ਕਿੰਨੇ ਮੀਟਰ ਲੰਬੀ ਰੱਸੀ ਨਾਲ ਹੈ 5 ਮੀਟਰ। ਇਹ ਚੀਜ਼ਾਂ ਜੋ ਗਿਵਨ ਹੈ ਤੇ ਪਤਾ ਕਰਨਾ ਹੈ, ਇਹਨਾਂ ਨੂੰ ਜਦ ਤੱਕ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਫਿਰ ਸਵਾਲ ਦੀ ਬੇਟਾ ਕਲੈਰਿਟੀ ਨਹੀਂ ਹੁੰਦੀ ਕਿ ਕਰਨਾ ਕੀ ਹੈ। ਹੁਣ ਇੱਕ ਮੈਂ ਬਾਰ-ਬਾਰ ਕਹਿੰਦੀ ਹਾਂ ਜਦੋਂ ਵੀ ਏਰੀਆ ਵੋਲਿਊਮ ਇਹੋ ਜਿਹੇ ਕੁਐਸਚਨ ਆਉਂਦੇ ਆ ਜਾਂ ਜਿਓਮੈਟਰੀ ਦੇ ਬੇਟੇ ਡਾਇਗਰਾਮ ਜ਼ਰੂਰ ਬਣਾਇਆ ਕਰੋ, ਇਟ ਇਜ਼ ਵੈਰੀ ਇੰਪੋਰਟੈਂਟ। ਹੁਣ ਤੁਸੀਂ ਦੇਖੋ ਆਪਾਂ ਨੂੰ ਪਤਾ ਹੈ ਕਿ ਇਸ ਤਰ੍ਹਾਂ ਨਾਲ ਵਰਗਾਕਾਰ ਆਪਣੇ ਕੋਲ ਤੁਸੀਂ ਦੇਖ ਰਹੇ ਹੋ ਪਾਰਕ ਕਿਵੇਂ ਦਿਖਾਇਆ ਗਿਆ ਹੈ, ABCD ਨਾਲ ਪਾਰਕ ਦਿਖਾਇਆ ਗਿਆ ਹੈ। ਉਹਦੇ ਵਿੱਚੋਂ ਜਿਹੜਾ ਘੋੜਾ ਕਿੰਨੀ ਰੱਸੀ ਨਾਲ ਬੰਨਿਆ ਗਿਆ ਬੇਟੇ 5 ਮੀਟਰ ਰੱਸੀ ਹੈ, ਤਾਂ 5 ਮੀਟਰ ਰੱਸੀ ਨਾਲ ਜੋ ਆਪਾਂ ਨੂੰ ਪਤਾ ਹੈ ਤਾਂ ਘੋੜਾ ਤਾਂ ਉਹ ਸਰਕਲ 'ਚ ਹੀ ਘੁੰਮ ਪਾਏਗਾ ਨਾ, ਦੇਖੋ ਇਸ ਤਰ੍ਹਾਂ ਨਾਲ ਸਰਕਲ 'ਚ ਘੁੰਮ ਪਾਏਗਾ ਬਸ ਘੋੜਾ ਤਾਂ ਇਸ ਤਰ੍ਹਾਂ ਨਾਲ। ਤੇ ਹੁਣ ਆਪਣੇ ਕੋਲ ਬੇਟੇ ਘਾਹ ਕਿੱਥੇ ਲੱਗਿਆ ਸਿਰਫ ਮੈਦਾਨ ਵਿੱਚ, ਤਾਂ ਘਾਹ ਤਾਂ ਉੱਥੇ ਹੀ ਚਰੇਗਾ, ਤਾਂ ਇਹ ਆਪਾਂ ਦੇਖਾਂਗੇ ਬੇਟੇ ਕਿ ਇਹ ਕਿੰਨੇ ਡਿਗਰੀ ਦਾ ਐਂਗਲ ਬਣਾਏਗਾ ਉੱਥੇ 90 ਡਿਗਰੀ, ਕਿਉਂਕਿ ਜਿਹੜਾ ਵਰਗਾਕਾਰ, ਇਹ ਵਰਗਾਕਾਰ ਦੇਣ ਦਾ ਮਤਲਬ ਕੀ ਹੈ ਕਿ ਜਿਹੜਾ ਘਾਹ ਦੇ ਮੈਦਾਨ ਦੇ ਆਪਾਂ ਨੂੰ ਪਤਾ ਹੈ ਵਰਗ ਦੇ ਚਾਰੇ ਕੋਣ ਕਿੰਨੇ ਦੇ ਹੁੰਦੇ ਆ 90 ਡਿਗਰੀ ਦੇ, ਤਾਂ ਇਹ ਜਿਹੜਾ ਘੋੜਾ ਹੈ ਉਹ ਤੁਸੀਂ ਇੱਥੇ ਦੇਖ ਵੀ ਪਾਓਗੇ ਜਿਹੜਾ ਸ਼ੇਡਡ ਪਾਰਟ ਤੁਹਾਨੂੰ ਦਿਖ ਰਿਹਾ ਹੈ, ਅਸੀਂ ਉਹਦਾ ਖੇਤਰਫਲ ਜਿਹੜਾ ਹੈ ਫਾਈਂਡ ਆਊਟ ਕਰਨਾ ਹੈ। ਤੇ ਆਪਾਂ ਇਹਦੇ ਲਈ ਹੁਣ ਦੇਖੋ ਮੈਦਾਨ ਦੇ ਉਸ ਭਾਗ ਦਾ ਖੇਤਰਫਲ ਜਿਸ ਵਿੱਚ ਘੋੜਾ ਘਾਹ ਚਰ ਸਕਦਾ ਹੈ ਕਿਹਦੇ ਬਰਾਬਰ ਹੋਊਗਾ। ਆਪਣੇ ਕੋ ਅਸੀਂ ਉਹਨੂੰ ਮੈਥਮੈਟਿਕਲੀ ਲੈ ਕੇ ਆਣਾ ਹੈ ਕੁਐਸਚਨ ਨੂੰ, ਮੈਥਸ ਦੇ ਵਿੱਚ ਉਹਦੀ ਕੀ ਸ਼ੇਪ ਬਣ ਰਹੀ ਹੈ ਅਰਧਵਿਆਸੀ ਖੰਡ ਦਾ ਖੇਤਰਫਲ ਜਿਸ ਦਾ ਅਰਧਵਿਆਸ ਕਿੰਨਾ ਹੈ ਬੇਟੇ 5 ਮੀਟਰ। 5 ਮੀਟਰ ਅਰਧਵਿਆਸ ਹੈ ਕਿਉਂਕਿ ਉਹ ਘੋੜੇ ਦੀ ਕੀ ਹੈ ਉਹ ਜਿੰਨੀ ਰੱਸੀ ਉਹ ਖਿੱਚ ਕੇ ਜਦੋਂ ਚੱਕਰ ਲਗਾਊਗਾ ਉਨੇ ਹੀ ਏਰੀਆ 'ਚ ਉਹ ਸਰਕਲ ਬਣ ਜਾਏਗਾ। ਤਾਂ ਅਰਧਵਿਆਸੀ ਜਿਹੜਾ ਆਪਣਾ ਅਰਧਵਿਆਸ 5 ਮੀਟਰ ਹੈ ਤੇ ਜਿਹੜਾ ਕੇਂਦਰੀ ਕੋਣ ਹੈ ਤੁਹਾਨੂੰ ਮੈਂ ਦੱਸ ਹੀ ਦਿੱਤਾ 90 ਡਿਗਰੀ ਦਾ ਬਣਦਾ ਹੈ। ਤਾਂ ਬੇਟੇ ਇਹ ਆਪਣੇ ਕੋਲ ਫਾਰਮੂਲਾ ਸਾਨੂੰ ਪਤਾ ਹੈ, ਦੇਖੋ ਤੁਸੀਂ BPQ ਜਿਹੜਾ ਇੱਥੇ ਤੁਸੀਂ ਦੇਖ ਵੀ ਰਹੇ ਹੋ ਸ਼ੇਡਡ ਹੈ, ਥੀਟਾ ਵਟਾ 360 ਗੁਣਾ ਪਾਈ ਆਰ ਸਕੁਅਰ। ਅਸੀਂ ਇਹਦੇ ਵਿੱਚ ਬੇਟਾ ਫਾਰਮੂਲਾ ਲਗਾਉਂਦੇ ਹਾਂ 90 ਵਟਾ 360 ਤੇ ਇੱਥੇ ਅਸੀਂ ਲੈਂਦੇ ਹਾਂ ਜਿਹੜਾ ਪਾਈ ਦੀ ਵੈਲਿਊ 3.14 ਗੁਣਾ 5 ਗੁਣਾ 5। ਤਾਂ ਇਹ ਤੁਹਾਡੇ ਕੋਲ ਬੇਟੇ ਸੋਲਵ ਕਰਕੇ ਆਪਾਂ ਦੇਖ ਵੀ ਸਕਦੇ ਹਾਂ, ਇਹਨੂੰ ਅਸੀਂ ਸੋਲਵ ਕੀਤਾ ਹੈ ਤਾਂ ਆਪਣੇ ਕੋਲ ਜਿਹੜਾ ਆਨਸਰ ਉਸ ਤੋਂ ਬਾਅਦ ਅਸੀਂ 157 ਵਟਾ 8 ਸਕੁਅਰ ਯੂਨਿਟਸ ਬੇਟੇ ਇਹਨੂੰ ਅਸੀਂ ਡੈਸੀਮਲ ਚ ਕਨਵਰਟ ਕਰ ਲਿਆ 19.625 ਸਕੁਅਰ ਮੀਟਰ ਹੈ ਬੇਟੇ। ਉਹ ਆ ਗਿਆ ਜਦੋਂ ਪਹਿਲਾ ਤੁਹਾਡੇ ਕੋਲ ਕੁਐਸਚਨ ਦਾ ਬਣ ਗਿਆ ਕਿ ਜਦੋਂ ਘੋੜੇ ਦੀ ਰੱਸੀ 5 ਮੀਟਰ ਸੀ। ਹੁਣ ਬੇਟੇ ਆਪਣੇ ਕੋਲ ਨੈਕਸਟ ਪਾਰਟ ਕੀ ਹੈ ਕਿ ਘੋੜੇ ਦੀ ਰੱਸੀ ਨੂੰ ਵਧਾ ਕੇ ਲੰਬੀ ਕਿੰਨੀ ਕਰ ਦਿੱਤੀ ਹੈ 10 ਮੀਟਰ। ਹੁਣ ਸਿਰਫ ਤੇ ਸਿਰਫ ਕਿਸ ਚੀਜ਼ 'ਚ ਫਰਕ ਪਏਗਾ, ਦੇਖੋ ਇੱਥੇ 5 ਮੀਟਰ ਹੈ ਤਾਂ ਹੁਣ ਉਹ ਕਿੰਨੀ ਹੋਗੀ ਮੰਨ ਲਓ 10 ਮੀਟਰ, ਤਾਂ ਸਿਰਫ ਆਹੀ ਫਰਕ ਪੈਣਾ, एंगल भी वही रहना, सिर्फ अर्धव्यास फर्क पै जाएगा। 5 सी हुण कितना हो जाएगा 10 हो जाएगा। जेकर रस्सी दी लंबाई 5 मीटर तो वधा के 10 मीटर कर दिती जावे तां साडे कोल तुसी इत्थे देख रहे हो अपने इत्थे कार होर बनी हुई है, तुसी देख भी लई होनी है। ये हुण सारा खेत्रफल आ वाला भी विच आ जाएगा सारा। ਤਾਂ मैदान ਦੇ ਉਸ ਭਾਗ ਦਾ ਖੇਤਰਫਲ ਜਿਸ ਵਿੱਚ ਘੋੜਾ ਘਾਹ ਚਰ ਸਕਦਾ ਹੈ, ਇਹ ਹੁਣ ਅਰਧਵਿਆਸੀ ਖੰਡ ਦਾ ਖੇਤਰਫਲ ਸਿਰਫ ਬਦਲਿਆ ਕਿ ਅਰਧਵਿਆਸ ਕੇਂਦਰੀ ਕੋਣ ਉਹੀ ਰਹਿਣਾ ਰਜੇ। ਫਿਰ ਆਪਾਂ ਉਹੀ ਫਾਰਮੂਲਾ ਬੇਟਾ ਲਗਾ ਕੇ ਤੇ ਅਸੀਂ ਇਹਨੂੰ ਸੋਲਵ ਕਰ ਦੇਣਾ। ਹੁਣ ਸਾਡੇ ਕੋਲ ਕਿੰਨਾ ਆ ਜਾਏਗਾ ਬੇਟਾ 78.5 ਮੀਟਰ ਸਕੁਅਰ। ਤੇ ਰੱਸੀ ਵਧਾਉਣ ਨਾਲ ਚਰੇ ਜਾ ਸਕਣ ਵਾਲੇ ਖੇਤਰਫਲ ਵਿੱਚ ਬੇਟੇ ਦੇਖੋ ਕਿੰਨਾ ਵਾਧਾ ਹੋਇਆ। ਅਸੀਂ ਇਸ ਏਰੀਆ ਦੇ ਵਿੱਚੋਂ ਜਿਹੜਾ ਪਹਿਲਾ ਏਰੀਆ ਫਾਈਂਡ ਆਊਟ ਕੀਤਾ ਸੀ 19.625 ਉਹਨੂੰ ਬੇਟੇ ਮਾਈਨਸ ਕਰ ਦੇਵਾਂਗੇ ਤੇ ਇੰਨਾ ਸਾਡੇ ਕੋਲ ਜਿਹੜਾ ਆਨਸਰ ਆ ਜਾਏਗਾ। ਹੁਣ ਕਈ ਬੱਚਿਆਂ ਦੇ ਦਿਮਾਗ 'ਚ ਆਉਂਦਾ ਵੀ ਜੇ ਅਰਧਵਿਆਸ ਦੁੱਗਣਾ ਤਾਂ ਇਹਦਾ ਮਤਲਬ ਖੇਤਰਫਲ ਵੀ ਦੁੱਗਣਾ ਹੋ ਜਾਏਗਾ, ਕਿਉਂਕਿ ਰੱਸੀ 5 ਤੋਂ ਇਸ ਤਰ੍ਹਾਂ ਨਹੀਂ ਹੈ। ਠੀਕ ਹੈ, ਇੱਥੇ ਤੁਸੀਂ ਦੇਖੋ
ਉਹਦਾ ਤੁਹਾਡੇ ਕੋਲ 19.625 ਇਹ 78 ਹੈ। ਤਾਂ ਇਸ ਕਰਕੇ ਬੇਟਾ ਆਪਾਂ ਹਰ ਚੀਜ਼ ਕੈਲਕੂਲੇਸ਼ਨ ਨਾਲ ਬੜੀ ਸੋਚ ਸਮਝ ਕੇ ਕਿ ਕੀ ਅਸੀਂ ਫਾਈਂਡ ਆਊਟ ਕਰਨਾ ਹੈ ਉਸ ਹਿਸਾਬ ਨਾਲ ਆਪਾਂ ਸੋਲਵ ਕਰਨਾ ਹੈ। ਹੁਣ ਬੇਟੇ ਇੱਕ ਆਪਾਂ ਹੋਰ ਕੁਐਸਚਨ ਲੈਣੇ ਆ। ਇਹ ਅਸੀਂ ਰੋਜ਼ਾਨਾ ਲਾਈਫ ਦੇ ਵਿੱਚ ਦੇਖੋ ਅਸੀਂ ਕਿੱਥੇ ਕਿੱਥੇ ਆਪਣੇ ਕੋਲ ਅਰਧਵਿਆਸੀ ਖੰਡ ਜਾਂ ਏਰੀਆ ਰਿਲੇਟਡ ਟੂ ਸਰਕਲ ਯੂਜ਼ ਹੁੰਦਾ ਹੈ। ਕਿਸੇ ਕਾਰ ਦੇ ਦੋ ਵਾਈਪਰ ਹਨ ਜੋ ਆਪਸ ਵਿੱਚ ਕਦੇ ਵੀ ਇੱਕ ਦੂਜੇ ਨੂੰ ਨਹੀਂ ਛੂੰਹਦੇ। ਆਪਾਂ ਦੇਖਿਆ ਨਾ ਕਾਰ ਦੇ ਵਾਈਪਰ, ਹਰੇਕ ਵਾਈਪਰ ਜਿਸ ਦੀ ਪੱਤੀ ਦੀ ਲੰਬਾਈ 25 ਸੈਂਟੀਮੀਟਰ ਹੈ ਅਤੇ 115 ਡਿਗਰੀ ਦੇ ਕੋਣ ਤੇ ਘੁੰਮ ਕੇ ਸਫਾਈ ਕਰ ਸਕਦਾ ਹੈ। ਵਾਈਪਰਾਂ ਦੇ ਹਰੇਕ ਗੇੜੇ ਨਾਲ ਜਿੰਨਾ ਖੇਤਰਫਲ ਸਾਫ਼ ਹੋ ਜਾਂਦਾ ਹੈ ਉਹ ਪਤਾ ਕਰੋ। ਦੇਖੋ ਬੇਟੇ ਤੁਸੀਂ ਦੇਖ ਪਾ ਰਹੇ ਹੋ ਤੁਹਾਡੇ ਸਾਹਮਣੇ ਡਾਇਗਰਾਮ, ਤੁਹਾਡੇ ਆਪਾਂ ਦੇਖ ਵੀ ਪਾ ਰਹੇ ਹਾਂ ਸਕਰੀਨ ਤੇ ਕਿ ਕਾਰ ਦਾ ਸਾਨੂੰ ਇੱਕ ਸ਼ੀਸ਼ਾ ਦਿਖ ਰਿਹਾ ਹੈ ਜੇ ਦੋ ਵਾਈਪਰ ਹਨ ਤੇ ਹਰੇਕ ਜਿਹੜਾ ਵਾਈਪਰ ਹੈ ਉਹ ਇੱਕ ਦੂਜੇ ਨੂੰ ਕੱਟਦਾ ਨਹੀਂ ਹੈ ਤੇ ਜਿਹੜਾ ਕੋਣ ਦੇਖੋ ਤੁਸੀਂ ਉਹ ਮੈਕਸਿਮਮ ਜਿਹੜਾ ਕੋਣ ਕਿੰਨੇ ਦਾ ਬਣਦਾ ਪਿਆ ਤੁਸੀਂ ਦੇਖੋ 115 ਡਿਗਰੀ ਦਾ ਜਿਹੜਾ ਕੋਣ ਹੈ ਇਹ ਬਣ ਰਿਹਾ ਹੈ। ਤਾਂ ਹੁਣ ਮੈਨੂੰ ਤੁਸੀਂ ਦੱਸੋ ਕਿ ਇਹ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਸ਼ੇਪ ਬਣ ਰਹੀ ਹੈ। ਤੁਸੀਂ ਦੇਖ ਪਾ ਰਹੇ ਹੋ ਜਦੋਂ ਇਹ ਘੁੰਮਦਾ ਵਾਈਪਰ ਤਾਂ ਇਹ ਤੁਸੀਂ ਦੇਖੋ ਕਿ ਜੇਕਰ ਇਹ ਵਾਈਪਰ ਪੂਰਾ ਘੁੰਮੇ ਤਾਂ ਚੱਕਰ ਬਣ ਜਾਏਗਾ, ਲੇਕਿਨ ਇੰਨਾ 115 ਡਿਗਰੀ ਤੇ ਤਾਂ ਅਰਧਵਿਆਸੀ ਖੰਡ ਹੈ ਜਿਹੜਾ ਬੇਟੇ ਫੇਰ ਸਾਡੇ ਕੋਲ ਬਣ ਰਿਹਾ ਹੈ ਜਿਸ ਦਾ ਕੇਂਦਰੀ ਕੋਣ ਕਿੰਨਾ ਹੈ 115 ਡਿਗਰੀ। ਔਰ ਉਸ ਤੋਂ ਬਾਅਦ ਆਪਣੇ ਕੋਲ ਅਸੀਂ ਦੇਖਾਂਗੇ ਕੇਂਦਰੀ ਕੋਣ ਸਾਡੇ ਕੋਲ ਇਹਦਾ ਹੈ 100। ਇੱਕ ਵਾਈਪਰ ਜਿਸ ਦੀ ਪੱਤੀ ਦੀ ਲੰਬਾਈ 25 ਸੈਂਟੀਮੀਟਰ ਅਤੇ 115 ਡਿਗਰੀ ਦੇ ਕੋਣ ਤੇ ਘੁੰਮ ਸਕਦਾ ਹੈ ਦੁਆਰਾ ਇੱਕ ਗੇੜੇ ਵਿੱਚ ਸਾਫ਼ ਕੀਤਾ ਖੇਤਰਫਲ ਬੇਟੇ ਕਿਹਦੇ ਬਰਾਬਰ ਹੋਗਾ? ਇੱਕ ਅਰਧਵਿਆਸੀ ਖੰਡ ਦਾ ਖੇਤਰਫਲ ਜਿਸ ਦਾ ਅਰਧ ਵਿਆਸ 25 ਸੈਂਟੀਮੀਟਰ ਅਤੇ ਕੇਂਦਰੀ ਕੋਣ ਬੇਟੇ ਕਿੰਨਾ ਹੈ 115 ਡਿਗਰੀ। ਤੇ ਫਾਰਮੂਲਾ ਬੇਟੇ ਸਾਨੂੰ ਪਤਾ ਹੀ ਹੈ ਥੀਟਾ ਵਟਾ 360 ਗੁਣਾ ਪਾਈ ਆਰ ਸਕੁਅਰ। ਇਹ ਫਾਰਮੂਲਾ ਜਿਹੜਾ ਅਸੀਂ ਇਹਦੇ ਵਿੱਚ ਯੂਜ਼ ਕਰਾਂਗੇ ਤੇ ਅਸੀਂ ਬੇਟੇ ਇਹਨੂੰ ਇਹਦੇ ਵਿੱਚ ਵੈਲਿਊਜ਼ ਪੁੱਟ ਕਰ ਦਿੱਤੀਆਂ। ਹੁਣ ਸਾਡੇ ਕੋਲ ਕਿਉਂਕਿ ਇਹ ਤਾਂ ਅਸੀਂ ਇੱਕ ਵਾਈਪਰ ਨਾਲ ਕੱਢਿਆ, ਕਿੰਨੇ ਵਾਈਪਰ ਘੁੰਮ ਰਹੇ ਹਨ? ਦੋ। ਤਾਂ ਅਸੀਂ ਇਸ ਨੂੰ ਦੋ ਵਾਈਪਰਾਂ ਨਾਲ, ਜਦੋਂ ਦੋ ਵਾਈਪਰ ਹੈ ਬੇਟੇ ਤਾਂ ਉਸ ਏਰੀਆ ਨੂੰ ਅਸੀਂ ਕਿੰਨੇ ਨਾਲ ਮਲਟੀਪਲਾਈ ਕਰ ਦਵਾਂਗੇ? ਦੋ ਨਾਲ ਅਸੀਂ ਮਲਟੀਪਲਾਈ ਕਰ ਦੇਣਾ ਹੈ। ਤਾਂ ਇਹ ਬੇਟੇ ਤੁਹਾਡੇ ਕੋਲ ਜਿਹੜਾ ਇਸ ਦਾ ਆਨਸਰ ਇਸੇ ਫਾਰਮ ਦੇ ਵਿੱਚ ਚਾਹੇ ਤੁਸੀਂ ਇਹਨੂੰ ਸੋਲਵ ਕਰਕੇ ਛੱਡ ਦਿਓ। ਪੇਪਰ ਦੇ ਵਿੱਚ ਜ਼ਿਆਦਾ ਲੰਬੀਆਂ ਕੈਲਕੂਲੇਸ਼ਨਸ 'ਚ ਨਹੀਂ ਜਾਈਦਾ, ਆਪਾਂ ਸਵਾਲ ਨੂੰ ਸੋਲਵ ਕਰੋ। ਪਹਿਲਾਂ ਸੋਲਵ ਕਰਨ ਦਾ ਸੈਂਸ ਫਾਰਮੂਲਾ ਲਿਖੋ ਜੋ ਉਹਦੇ 'ਚ ਹੈ ਬਿਲਕੁਲ ਮੈਥਡੋਲੋਜੀ ਉਹਨੂੰ ਐਂਡ ਤੱਕ ਯੂਜ਼ ਕਰ ਲਓ। ਜੇ ਇੱਥੇ ਤੁਸੀਂ ਕੁਐਸਚਨ ਇਹਨੂੰ ਐਂ ਛੱਡ ਦਿਓ ਡੈਸੀਮਲ 'ਚ ਨਹੀਂ ਵੀ ਜਾਓਗੇ ਤਾਂ ਵੀ ਤੁਹਾਨੂੰ ਇਹਦੇ ਪੂਰੇ ਮਾਰਕਸ ਮਿਲ ਜਾਂਦੇ ਹਨ। ਹਾਂ ਲੇਕਿਨ ਜੇ ਕੋਈ ਬਹੁਤ ਛੋਟੀ ਡਿਵੀਜ਼ਨ ਹੈ ਤਾਂ ਫਿਰ ਜ਼ਰੂਰ ਡੈਸੀਮਲਸ ਵੀ ਤੁਸੀਂ ਕਰੋ, ਲੇਕਿਨ ਇੰਨਾ ਲੰਬਾ ਕਰਨ ਦੀ ਲੋੜ ਨਹੀਂ ਹੈ, ਇਹਨੂੰ ਇੱਥੇ ਹੀ ਤੁਸੀਂ ਕੁਐਸਚਨ ਨੂੰ ਛੱਡ ਸਕਦੇ ਹੋ। ਹੁਣ ਬੇਟੇ ਆਪਾਂ ਇੱਕ ਕੁਐਸਚਨ ਹੋਰ ਲੈ ਰਹੇ ਹਾਂ। ਇਹ ਵੀ ਕੁਐਸਚਨ ਬੜਾ ਇੰਪੋਰਟੈਂਟ ਹੈ। ਮੇਰੇ ਖਿਆਲ ਇਸ ਤੋਂ ਲਾਸਟ ਈਅਰ ਜਿਹੜਾ ਤੁਹਾਡਾ ਫਾਈਨਲ ਪੇਪਰ ਸੀ 10th ਦਾ ਉਹਦੇ ਵਿੱਚ ਇਹ ਕੁਐਸਚਨ ਪੁੱਛਿਆ ਵੀ ਗਿਆ ਸੀ। ਦਿੱਤੇ ਗਏ ਚਿੱਤਰ ਵਿੱਚ ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ ਜਿੱਥੇ ਭੁਜਾ 12 ਸੈਂਟੀਮੀਟਰ ਵਾਲੇ, ਦੇਖੋ ਬੇਟੇ ਰੈੱਡ ਕਲਰ ਨਾਲ ਤੁਹਾਨੂੰ ਟ੍ਰਾਇੰਗਲ ਦਿਖ ਰਿਹਾ ਹੋਣਾ, 12 ਸੈਂਟੀਮੀਟਰ ਵਾਲੇ ਇੱਕ ਸਮਭੁਜੀ ਤ੍ਰਿਭੁਜ OAB ਦੇ ਸ਼ਿਖਰ ਨੂੰ ਕੇਂਦਰ ਮੰਨ ਕੇ 6 ਸੈਂਟੀਮੀਟਰ ਵਾਲਾ ਇੱਕ ਚੱਕਰੀ ਚਾਪ ਖਿੱਚਿਆ ਗਿਆ ਹੈ। ਹੁਣ ਤੁਸੀਂ ਦੇਖੋ ਦੋਨੋਂ ਜਿਹੜੇ ਪਹਿਲਾਂ ਤਾਂ ਆਪਣਾ ਸਭ ਤੋਂ ਪਹਿਲਾਂ ਇਹ ਦੇਖੋ ਕਿ ਰੰਗੀਨ ਭਾਗ ਦਾ ਮਤਲਬ ਅਸੀਂ ਦੋਨੋਂ ਕਲਰ ਜਿਹੜੇ ਯੈਲੋ ਤੇ ਰੈੱਡ ਅਸੀਂ ਇਹਦਾ ਖੇਤਰਫਲ ਪਤਾ ਕਰਨਾ। ਹੁਣ ਦੇਖੋ ਇਹ ਦੋਨੋਂ ਦੀਆਂ ਸ਼ੇਪਸ ਕੀ ਬਣ ਰਹੀਆਂ ਨੇ। ਇੱਕ ਤਾਂ ਆਪਾਂ ਨੂੰ ਇਹਦੇ ਚ ਟ੍ਰਾਇੰਗਲ ਦਿਖ ਰਿਹਾ ਕਿਹੜਾ OAB, ਉਸ ਤੋਂ ਇਲਾਵਾ ਜੋ ਯੈਲੋ ਹੈ ਬੇਟਾ ਉਹ ਤੁਹਾਨੂੰ ਕੀ ਦਿਖ ਰਿਹਾ ਹੈ ਕਿ ਇੱਕ ਸਰਕਲ ਦਾ ਹਿੱਸਾ ਹੈ, ਇਹਨੂੰ ਅਸੀਂ ਕੀ ਬੋਲਾਂਗੇ ਅਰਧਵਿਆਸੀ ਖੰਡ। ਤੇ ਕੋਣ ਕਿੰਨਾ ਬਣ ਰਿਹਾ ਬੇਟੇ ਆਪਾਂ ਦੇਖਣਾ ਇੱਥੇ ਜਿਹੜਾ ਕੋਣ ਬਣ ਰਿਹਾ ਸੀ ਇਹ ਕੋਣ ਪਤਾ ਕਰ ਲਾਂਗੇ ਬੇਟੇ। ਹੁਣ ਕੋਣ ਪਤਾ ਕਰਨ ਦਾ ਮੈਥਡ ਆਪਾਂ ਨੂੰ ਪਤਾ ਹੈ, ਇਹ ਕੋਣ ਟੋਟਲ ਕਿੰਨੇ ਡਿਗਰੀ ਦਾ ਬਣਦਾ ਹੁੰਦਾ 360 ਦਾ। ਉਹਦੇ ਵਿੱਚੋਂ ਜੇਕਰ ਸਾਨੂੰ ਆਹ ਵਾਲਾ ਕੋਣ ਪਤਾ ਲੱਗ ਜਾਏ ਤ੍ਰਿਭੁਜ ਦਾ ਜੋ ਕੋਣ AOB ਪਤਾ ਲੱਗ ਜਾਏ ਤਾਂ ਉਹਨਾਂ ਅਸੀਂ ਮਾਈਨਸ ਕਰ ਦਾਂਗੇ। ਤ੍ਰਿਭੁਜ ਤੁਹਾਡਾ ਕਿਹੜਾ ਹੈ ਸਮਭੁਜੀ ਤ੍ਰਿਭੁਜ। ਸਮਭੁਜੀ ਤ੍ਰਿਭੁਜ ਦੇ ਤਿੰਨੋਂ ਕੋਣ ਕਿੰਨੇ ਹੁੰਦੇ ਹਨ 60 ਡਿਗਰੀ ਦੇ। ਤੇ ਇਹਦਾ ਮਤਲਬ ਆਹ ਕੋਣ ਕਿੰਨੇ ਦਾ ਹੈ ਬੇਟੇ 60 ਡਿਗਰੀ ਦਾ। ਜੇ ਆਹ ਕੋਣ 60 ਡਿਗਰੀ ਦਾ ਹੈ AOB ਤਾਂ ਬਾਕੀ ਜਿਹੜਾ ਉੱਪਰ ਵਾਲਾ ਕੋਣ ਬਚਿਆ ਬਾਹਰ ਤੁਹਾਡੇ ਅਰਧਵਿਆਸੀ ਖੰਡ ਯੈਲੋ ਜੋ ਤੁਹਾਨੂੰ ਦਿਖ ਰਿਹਾ ਹੈ ਤਾਂ ਉਹ 360 ਚੋਂ 60 ਮਾਈਨਸ ਕਰਾਂਗੇ ਬੇਟੇ 300 ਡਿਗਰੀ। ਠੀਕ ਹੈ, ਹੁਣ ਆਪਾਂ ਦੇਖਦੇ ਹਾਂ ਕਿ ਕੁਐਸਚਨ ਕਿਵੇਂ ਸੋਲਵ ਕਰਨਾ ਹੈ। ਰੰਗੀਨ ਭਾਗ ਦਾ ਖੇਤਰਫਲ ਬਰਾਬਰ ਹੈ ਸਮਭੁਜੀ ਤ੍ਰਿਭੁਜ AOB ਦਾ ਖੇਤਰਫਲ ਪਲੱਸ ਅਰਧਵਿਆਸੀ ਖੰਡ OPRQ ਦਾ ਖੇਤਰਫਲ। ਹੁਣ ਬੇਟੇ ਸਮਭੁਜੀ ਤ੍ਰਿਭੁਜ ਦਾ ਖੇਤਰਫਲ ਕੱਢਣ ਲਈ ਆਪਾਂ ਨੂੰ ਪਤਾ ਹੈ ਇਹਦੀਆਂ ਤਿੰਨੋਂ ਭੁਜਾਵਾਂ ਆਪਾਂ ਨੂੰ ਪਤਾ ਹੈ ਕਿੰਨੀਆਂ ਹਨ 12-12 ਸੈਂਟੀਮੀਟਰ ਤੇ ਐਂਗਲ AOB ਅਸੀਂ ਲਿਖ ਦਿੱਤਾ ਇੱਥੇ ਮੈਂ ਇਸ ਲਈ ਲਿਖ ਦਿੱਤਾ ਕਿਉਂਕਿ ਨਾਲ ਦੀ ਨਾਲ ਆਪਾਂ ਇਸ ਤੋਂ ਇੱਕ ਸਿੱਟਾ ਕੱਢ ਲਿਆ ਕਿ ਤ੍ਰਿਭੁਜ ਸਮਭੁਜੀ ਇਸ ਕਰਕੇ ਐਂਗਲ ਕਿੰਨੇ ਦਾ ਬਣੇਗਾ
हरेक एंगल 60-60 डिग्री का। तो बेटे एरिया ऑफ ट्रायंगल AOB आप मैं तुहानूं शुरू च आपां पहली दूसरी स्लाइड दे विच देखिया सी कि समभुज त्रिभुज के खेत्रफल का फार्मूला की हुंदा है √3/4 A² भुजा का स्क्वेयर। इहनूं यूज़ करके बेटे असीं पहलां इहदे विच वैल्यू पुट कर दी 12 सेंटीमीटर उहदी हैगी है जो भुजा, तो 36 वर्गमूल 3 सेंटीमीटर स्क्वेयर साडे कोल बेटे त्रिभुज का खेत्रफल आ गया। हुण असीं अर्धव्यासी खंड OPRQ दे विच थीटा मैं तुहानूं एक्सप्लेन कर ही दिता बेटा आपां किवें कढना है, वो तुहानूं क्लीयर है कि 360 दे विचों 60 असीं माइनस कीता ते 300 आ गया बेटे। ते 6 सेंटीमीटर वाला असीं कढिया ते R कितना हो जाएगा तुहाडे कोल 6 सेंटीमीटर, उन्हें आपां ने इत्थे गिवन लिखिया होया है। ते अर्धव्यासी खंड दा बेटे आपां थीटा वटा 360 गुना πr², ये यूज़ करके बेटे असीं फार्मूला इत्थे फार्मूला असीं लिखा के असीं इहदी वैल्यू कढ लई। ठीक है जी। ते हुण रंगीन भाग दा खेत्रफल कढण लई बेटा असीं दोनां नूं की कर देवांगे, ऐड कर लवांगे, तां ये बेटे तुहाडे कोल जिहड़ा है आंसर इहदा क्वेश्चन दा आ जाएगा। समझ आने वाली की जरूरत सी कि एक तो त्रिभुज का खेत्रफल है तो सानू पता होना सी, ओहदा फार्मूला पता होना चाहिए सी। दूजा अर्धव्यासी खंड का खेत्रफल है, ਉਹਦੇ ਲਈ ਸਾਨੂੰ ਉਹਦਾ ਕੇਂਦਰੀ ਕੋਣ ਹੈ ਜਿਹੜਾ ਅਸੀਂ ਉਹ ਚੋਂ ਪਤਾ ਕਰਨਾ ਸੀ। ਹੁਣ ਬੇਟੇ ਐਸੇ ਤਰ੍ਹਾਂ ਦਾ ਇੱਕ ਅਸੀਂ ਹੋਰ ਬੜਾ ਹੀ ਇੰਪੋਰਟੈਂਟ ਕੁਐਸਚਨ ਲੈਂਦੇ ਹਾਂ। ਚਿੱਤਰ ਵਿੱਚ OACB, ਧਿਆਨ ਨਾਲ ਦੇਖੋ ਬੇਟਾ, ਚਿੱਤਰ ਵਿੱਚ OACB ਮੈਂ ਤੁਹਾਨੂੰ ਡਾਇਗਰਾਮ ਵੀ ਦਿਖਾਣੀ ਆ। OACB ਕੇਂਦਰ O ਅਤੇ ਅਰਧ ਵਿਆਸ 3.5 ਸੈਂਟੀਮੀਟਰ ਵਾਲੇ ਚੱਕਰ ਦਾ ਇੱਕ ਚੌਥਾ ਭਾਗ ਹੈ। ये चौथा भाग उन्हें अपन ऑलरेडी दस दिता, चौथा भाग है तो मीनस आ कौन बेटे किन्ने दा होगा। कई गल्लां बेटा आपां ने बहुत ही बड़िया स्मार्टली असीं देखनियां हुंदियां कि उहदे विच गिवन की असीं उत्थों की कढ लिया। चौथा भाग है तो इहदा मतलब ये कोण नैचुरली किन्ने डिग्री का हो जाएगा 90 डिग्री का। ते जेकर OD ਤੁਸੀਂ ਦੇਖੋ ਜੇਕਰ OD 2 ਸੈਂਟੀਮੀਟਰ ਹੋਵੇ ਤਾਂ ਚੌਥਾਈ OACB ਅਤੇ ਰੰਗੀਨ ਭਾਗ ਦਾ ਖੇਤਰਫਲ ਪਤਾ ਕਰੋ। ਦੇਖੋ ਇਸ ਤਰ੍ਹਾਂ ਨਾਲ ਬੇਟੇ ਇਹ ਵੈਸੇ ਤਾਂ ਇਸ ਤਰ੍ਹਾਂ ਤੁਹਾਨੂੰ ਜਿਹੜਾ ਚਿੱਤਰ ਹੈ ਓਵਰਲੈਪਿੰਗ ਇਸ ਤਰ੍ਹਾਂ ਨਾਲ ਹੀ ਦਿਖੇਗਾ, ਲੇਕਿਨ ਮੈਂ ਇਸ ਤੁਹਾਨੂੰ ਅੱਡ-ਅੱਡ ਕਰਕੇ ਇਸ ਲਈ ਦਿਖਾ ਰਹੀ ਹਾਂ ਕਿ ਤੁਹਾਨੂੰ ਪਹਿਲਾਂ ਸਮਝ ਆ ਜਾਏ ਕਿ ਹੈ ਕੀ ਐਕਚੁਅਲੀ। ਚੌਥਾਈ OACB बेटे ਇਹ ਤਾਂ ਸਿੰਪਲ ਹੈ, ਦੇਖੋ ਚੌਥਾਈ OACB ਦਾ ਖੇਤਰਫਲ, ਇਹਦਾ फार्मूला तो अपन पता है 1/4 πr² हो जाएगा बेटा। 1/4 पाई की वैल्यू बेटे असी पुट कर दें 22/7 ते R की वैल्यू असी कितनी पुट करांगे, सानू पता है अर्धव्यास कितना है 35/10 3.5 अपन बेटा दिता होया है। 7 5 35 5 1 5 5 दूनी 10, फिर ये तुसी 7 5 35 5 दूनी 10 2 नू बेटा 11 नाल। ਹੁਣ ਤੁਸੀਂ ਦੇਖੋ ਬੇਟੇ ਤੁਹਾਡੇ ਕੋਲ 77/8 ਸੈਂਟੀਮੀਟਰ ਸਕੁਅਰ ਕਾਹਦਾ ਖੇਤਰਫਲ ਆ ਗਿਆ ਤੁਹਾਡੇ ਕੋਲ ਚੌਥਾਈ OACB ਦਾ। ਚਾਹੇ ਤੁਸੀਂ ਇਹਨੂੰ θ/360 ਨਾਲ ਵੀ ਕੱਢ ਸਕਦੇ ਸੀਗੇ, ਉੱਥੇ ਵੀ ਇਹੀ ਬਣ ਜਾਣਾ ਸੀਗਾ ਫਾਰਮੂਲਾ ਤੁਹਾਡੇ ਕੋਲ। ਤੇ ਹੁਣ ਅਸੀਂ ਜਦੋਂ ਬੇਟੇ ਉੱਪਰ ਅਸੀਂ ਇਹਨੂੰ ਲੈ ਗਏ ਤਾਂ ਤੁਸੀਂ ਦੇਖੋ ਉੱਪਰ ਕਿਹੜਾ ਤ੍ਰਿਭੁਜ ਬਣ ਰਿਹਾ ਹੈ, ਤ੍ਰਿਭੁਜ BOD ਦਾ ਖੇਤਰਫਲ। ਹੁਣ ਮੈਨੂੰ ਦੱਸੋ ਤ੍ਰਿਭੁਜ BOD ਕਿਸ ਤਰ੍ਹਾਂ ਦਾ ਤ੍ਰਿਭੁਜ ਹੈ। हाँ जी साढ़े को कोण 90 डिग्री का है तो केड़ा त्रिभुज बन गया है समकोण त्रिभुज। तो 1/2 BO गुना OD। हुण 1/2 BO बेटे की है इसका अर्धव्यास 3.5 ते OD की वैल्यू बेटे सानू उन्हें इत्थे दिती हुई है 2, तो यह तुहाडे कोल 35/10 यानी कि 7/2 सेंटीमीटर स्क्वायर तुहाडे कोल त्रिभुज BOD का खेत्रफल आ गया। तो हुण रंगीन भाग का खेत्रफल असीं किवें पता करांगे, रंगीन भाग का खेत्रफल तुसीं बेटे ये टोटल एरिया दे विचों तुसीं जिहड़ा आ वाला एरिया माइनस कर दोगे तो तुहाडे कोल बेटे की आ जाएगा, आपां 2 7 चौका 28 ते तुहाडे कोल 49/8 है जिहड़ा सेंटीमीटर स्क्वायर तुहाडे कोल बेटा इहदा जिहड़ा है आंसर आ जाएगा। तो इस तरह नाल तुसी क्वेश्चन नू ध्यान नाल देखना है, उहदे विच की फाइंड आउट करना है। रंगीन भाग दिता है तो रंगीन भाग देखो तुसी किस दे कॉम्बीनेशन नाल बनया है, किहड़ी चीज़ आपां उहदे चों माइनस करके या प्लस करके, ये बेटे ये चीज़ां बहुत इंपॉर्टेंट ने। एक छोटा जिहा क्वेश्चन होर है तुहाडे लई, तुसी इहनूं आप सॉल्व करना है। आपां इहदी स्टेटमेंट पढ़दे हां। एक छतरी विच 8 तारां हन
ਜੋ ਬਰਾਬਰ ਦੂਰੀ ਤੇ ਲੱਗੀਆਂ ਹੋਈਆਂ ਹਨ। ਛਤਰੀ ਨੂੰ 45 ਸੈਂਟੀਮੀਟਰ ਅਰਧ ਵਿਆਸ ਵਾਲਾ ਇੱਕ ਸਪਾਟ ਚੱਕਰ ਮੰਨਦੇ ਹੋਏ, ਆਪਾਂ ਮੰਨ ਲੈਂਦੇ ਜਦੋਂ ਆਪਾਂ ਛਤਰੀ ਖੋਲਦੇ ਹਾਂ ਤਾਂ ਅਸੀਂ ਮੰਨ ਲੈਂਦੇ ਵੀ ਇਸ ਤਰ੍ਹਾਂ ਇੱਕ ਚੱਕਰ ਤੁਹਾਡੇ ਕੋਲ ਬਣ ਜਾਂਦਾ ਹੈ। ਇਸ ਦੀਆਂ ਦੋ ਲਗਾਤਾਰ ਤਾਰਾਂ ਦੇ ਵਿਚਲੀ ਜਿਹੜੀ ਦੂਰੀ ਹੈ ਤੁਸੀਂ ਪਤਾ ਕਰਨੀ ਹੈ। ਦੇਖੋ ਬੇਟੇ ਧਿਆਨ ਨਾਲ, 8 ਤਾਰਾਂ ਹਨ ਤਾਂ ਤੁਹਾਡੇ ਕੋਲੇ ਪੂਰੇ ਚੱਕਰ ਦੇ ਬੇਟੇ ਕਿੰਨੇ ਅਰਧ ਵਿਆਸੀ ਖੰਡ ਬਣ ਗਏ? ਬਰਾਬਰ ਦੇ, ਬਰਾਬਰ ਦੂਰੀ ਤੇ ਲੱਗੀਆਂ, ਇਸ ਕਰਕੇ ਬਰਾਬਰ ਹੀ ਬਣਨਗੇ। ਕਿੰਨੇ ਬਣ ਗਏ ਬੇਟਾ ਤੁਹਾਡੇ ਕੋਲ? ਦੇਖੋ 8 ਬਣ ਗਏ। ਤਾਂ ਅਸੀਂ ਇੱਕ ਦਾ ਖੇਤਰਫਲ ਪਤਾ ਕਰਨਾ ਹੈ। ਐਕਚੁਅਲੀ ਦੋ ਲਗਾਤਾਰ ਤਾਰਾਂ ਮਤਲਬ ਇੱਕ ਇਹਦਾ ਖੇਤਰਫਲ ਪਤਾ ਕਰਨਾ ਹੈ। ਤਾਂ ਇਹ ਤੁਹਾਡੇ ਕੋਲ ਕੀ ਬਣ ਜਾਏਗਾ? ਅਰਧ ਵਿਆਸੀ ਖੰਡ। ਅਰਧ ਵਿਆਸੀ ਖੰਡ ਦਾ ਅਰਧ ਵਿਆਸ ਕਿੰਨਾ ਹੋਏਗਾ ਬੇਟੇ? ਜਿੰਨਾ ਤੁਹਾਡੇ ਕੋਲ ਆਪਾਂ ਨੇ ਇੱਥੇ ਦੱਸਿਆ ਹੀ ਹੋਏ ਨੇ 45 ਸੈਂਟੀਮੀਟਰ। ਹੁਣ ਅਸੀਂ ਥੀਟਾ ਕੱਢਣਾ ਹੈ ਰਾਜੀ। ਥੀਟਾ ਕਿੰਨਾ ਹੋਊਗਾ ਹੁਣ ਤੁਸੀਂ ਦੇਖਣਾ ਹੈ। 8 ਕੋਣ ਬਣੇ ਆ, 360 ਨੂੰ ਬੇਟੇ ਤੁਸੀਂ 8 ਨਾਲ ਡਿਵਾਈਡ ਕਰ ਦਿਓ ਤਾਂ 45 ਡਿਗਰੀ ਬੇਟੇ ਤੁਹਾਡੇ ਕੋਲ ਕੀ ਬਣ ਜਾਂਦਾ ਹੈ? ਥੀਟਾ ਬਣ ਜਾਂਦਾ ਹੈ। ਤਾਂ ਦੋ ਲਗਾਤਾਰ ਤਾਰਾਂ ਦੇ ਵਿਚਕਾਰ, ਹੁਣ ਇੱਥੇ ਬੱਚੇ ਕਈ ਵਾਰ ਕਨਫਿਊਜ਼ ਹੋ ਜਾਂਦੇ ਵੀ ਇਹ ਚ ਆਪਾਂ ਨੂੰ ਪਤਾ ਹੀ ਨਹੀਂ ਕੱਢਣਾ ਕੀ ਹੈ। ਤਾਂ ਹੁਣ ਤੁਸੀਂ ਦੇਖੋ ਦੋ ਲਗਾਤਾਰ ਤਾਰਾਂ ਦੇ ਵਿੱਚ ਤੁਹਾਡੇ ਕੋਲ ਕੀ ਬਣ ਰਿਹਾ? ਅਰਧ ਵਿਆਸੀ ਖੰਡ ਬਣ ਰਿਹਾ। ਤਾਂ ਉਹਦਾ ਖੇਤਰਫਲ ਬੇਟੇ ਫਾਰਮੂਲਾ ਤੁਹਾਨੂੰ ਆਂਦਾ ਹੀ ਹੈ। ਕੀ ਹੈ ਫਾਰਮੂਲਾ? ਥੀਟਾ ਵਟਾ 360 ਗੁਣਾ ਪਾਈ ਆਰ ਸਕੁਆਇਰ। ਇੱਥੇ ਬੇਟੇ ਤੁਸੀਂ ਇਹਦੀ ਵੈਲਿਊ ਜਿਹੜੀ ਥੀਟਾ 45 ਗੁਣਾ 22 ਵਟਾ 7 ਤੇ ਆਰ ਦੀ ਵੈਲਿਊ ਬੇਟੇ ਤੁਹਾਡੇ ਕੋਲ ਕਿੰਨੀ ਹੈ? 45 ਗੁਣਾ 45। ਇੰਨਾ ਜਿਹੜਾ ਹੈ ਤੁਸੀਂ ਇਸ ਨੂੰ ਬੇਟੇ ਸੋਲਵ ਕਰ ਦੇਣਾ ਹੈ ਤੇ ਤੁਸੀਂ ਯੂ ਵਿਲ ਗੈਟ ਦਾ ਆਨਸਰ। ਤੇ ਬੱਚਿਓ ਹੁਣ ਜੋ ਮੈਂ ਤੁਹਾਨੂੰ ਧਿਆਨ ਨਾਲ ਇੱਕ ਜੋ ਇੰਪੋਰਟੈਂਟ ਗੱਲ ਦੱਸਣ ਜਾ ਰਹੀ ਹਾਂ ਉਹ ਇਹ ਹੈ ਕਿ ਜਦੋਂ ਵੀ ਤੁਸੀਂ ਸਭ ਤੋਂ ਪਹਿਲਾਂ ਤਾਂ ਇਹ ਬਿਲਕੁਲ ਪੱਕਾ ਨਿਸ਼ਚੈ ਕਰ ਲਓ ਵੀ ਇਸ ਚੋਂ ਜਿਹੜਾ ਕੁਐਸਚਨ ਆਣਾ ਹੈ ਪੇਪਰ ਦੇ ਵਿੱਚ ਉਹ ਅਸੀਂ ਕਰਨਾ ਹੀ ਕਰਨਾ। 5 ਨੰਬਰ ਦਾ ਬੇਟੇ ਤੁਹਾਨੂੰ ਪੇਪਰ ਆਣਾ ਹੈ। ਇੱਕ ਇਸ ਚੈਪਟਰ ਚੋਂ ਇੱਕ ਨੰਬਰ ਦਾ ਕੁਐਸਚਨ, ਇੱਕ 4 ਨੰਬਰ ਵਾਲਾ। ਤਾਂ ਇਹ 5 ਨੰਬਰ ਆਪਾਂ ਲੈਣੇ ਹੀ ਲੈਣੇ ਕਿਉਂਕਿ ਇਹ ਚੈਪਟਰ ਬੇਟੇ ਦੋ ਹੀ ਬੇਸਿਕਲੀ ਇਹਦੇ ਚ ਫਾਰਮੂਲੇ ਯੂਜ਼ ਹੁੰਦੇ ਆ। ਥੀਟਾ ਵਟਾ 360 ਗੁਣਾ ਪਾਈ ਆਰ ਸਕੁਆਇਰ ਤੇ ਦੂਜਾ ਥੀਟਾ ਵਟਾ 360 2 ਪਾਈ ਆਰ। ਤੇ ਇੱਕ ਤ੍ਰਿਭੁਜ ਦੇ ਖੇਤਰਫਲ ਦਾ ਫਾਰਮੂਲਾ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ। ਉਹ ਮੈਂ ਤੁਹਾਨੂੰ ਸਮਝਾਈ ਸੀ ਕਿ ਆਪਾਂ ਨੇ 1/2 ਆਧਾਰ ਗੁਣਾ ਸ਼ਿਖਰ ਲੰਬ ਜਾਂ ਸਮਭੁਜੀ ਤ੍ਰਿਭੁਜ ਬਣਦਾ ਬਹੁਤ ਸਾਰੇ ਕੇਸਿਸ ਦੇ ਵਿੱਚ, ਜਿਹੜਾ ਕਿ √3/4 ਭੁਜਾ ਦਾ ਸਕੁਆਇਰ। ਤਾਂ ਇਹਨਾਂ ਚੀਜ਼ਾਂ ਨੂੰ ਬੇਟੇ ਯੂਜ਼ ਕਰਕੇ ਆਪਾਂ ਨੇ ਸਵਾਲ ਨੂੰ ਸਮਝ ਲੈਣਾ ਹੈ। ਇੱਕ ਜ਼ਰੂਰ ਤੁਸੀਂ, ਮੈਂ ਬਾਰ-ਬਾਰ ਹਰ ਤੁਹਾਨੂੰ ਲੈਕਚਰ ਦੇ ਵਿੱਚ ਬੇਟੇ ਕਹਿੰਨੀ ਹੈ, ਜਦੋਂ ਬੱਚੇ 10th ਦੇ ਪੇਪਰ ਦਿੰਦੇ ਆ ਤੁਸੀਂ ਇਸ ਗੱਲ ਦਾ ਖਾਸ ਕਰਕੇ ਧਿਆਨ ਰੱਖਣਾ ਹੈ ਕਿ ਇੱਕ ਤਾਂ ਜਦੋਂ ਵੀ ਕੁਐਸਚਨ ਏਰੀਆ, ਵੋਲਿਊਮ, ਜਿਓਮੈਟਰੀ ਦਾ ਆਵੇ ਤਾਂ ਤੁਸੀਂ ਡਾਇਗਰਾਮ ਜ਼ਰੂਰ ਬਣਾਓ। ਤੇ ਇੱਕ ਜੋ ਉਹਦੇ ਵਿੱਚ ਕੁਐਸਚਨ ਚ ਗਿਵਨ ਹੈ ਨਾ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਨਾ ਕਿ ਆ ਗਿਵਨ ਹੈ, ਉਹਦੇ ਹਿਸਾਬ ਨਾਲ ਇੱਕ ਸਟੇਟਮੈਂਟ ਕੁਛ ਨਾ ਕੁਛ ਉਸ ਕੁਐਸਚਨ ਦੇ ਬਾਰੇ ਜ਼ਰੂਰ ਲਿਖੋ। ਕੁਐਸਚਨ ਛੱਡਣਾ ਬਿਲਕੁਲ ਨਹੀਂ ਹੈ। ਉਹਦੇ ਨਾਲ ਰਿਲੇਟਡ ਕੋਈ ਨਾ ਕੋਈ ਤੁਹਾਨੂੰ ਫਾਰਮੂਲਾ ਵੀ ਆਂਦਾ ਹੁੰਦਾ ਉਹ ਵੀ ਲਿਖੋ। ਜਿੰਨੇ ਸਟੈਪ ਤੁਸੀਂ ਲਿਖ ਦੋਗੇ ਉਨੇ ਹੀ ਬੇਟਾ ਤੁਹਾਨੂੰ ਜਿਹੜੇ ਹੈ ਮਾਰਕਸ ਜ਼ਿਆਦਾ ਤੁਹਾਡੇ ਆਉਂਦੇ ਹਨ ਤੇ ਤੁਸੀਂ ਬਹੁਤ ਹੀ ਆਰਾਮ ਨਾਲ ਪਾਸ ਵੀ ਹੋ ਸਕਦੇ ਹੋ। ਪਾਸ ਕੀ ਬਹੁਤ ਅੱਛੇ ਅੰਕ ਲੈ ਕੇ ਪਾਸ ਹੋ ਸਕਦੇ ਹੋ ਮੈਥ ਦੇ ਵਿੱਚੋਂ। ਥੋੜੀ ਪ੍ਰੈਕਟਿਸ ਦੀ ਜ਼ਰੂਰਤ ਹੁੰਦੀ ਹੈ। ਤੇ ਹੁਣ ਤੁਸੀਂ ਜਾ ਕੇ ਅੱਜ ਆਪਾਂ ਜਿੰਨੇ ਵੀ ਕੁਐਸਚਨ ਇੱਥੇ ਡਿਸਕਸ ਕੀਤੇ ਹਨ, ਜੇ ਤੁਹਾਡੀ ਕਲਾਸ 'ਚ ਵੀ ਮੰਨ ਲਓ ਇਹੀ ਚੈਪਟਰ ਚੱਲ ਰਿਹਾ ਤਾਂ ਘਰ ਜਾ ਕੇ ਇਹ ਇਸ ਤਰ੍ਹਾਂ ਦੇ ਕੁਐਸਚਨ ਇਹਦੇ ਨਾਲ ਦੇ ਇੱਕ ਦੋ ਕੁਐਸਚਨ ਜ਼ਰੂਰ ਕਰਕੇ ਦੇਖੋ। ਜੇ ਅੜ ਵੀ ਜਾਓਗੇ ਕੁਐਸਚਨ ਕਰਦੇ ਤਾਂ ਕੋਈ ਦਿੱਕਤ ਨਹੀਂ, 2 3 4 ਉਹਦੇ ਜੋ ਸਟੈਪਸ ਹੈ ਕਰੋ। ਆ ਕੇ ਤੁਸੀਂ ਅਗਲੇ ਦਿਨ ਆਪਣੇ ਟੀਚਰ ਸਹਿਬਾਨ ਤੋਂ ਵੀ ਪੁੱਛ ਕੇ ਉਸ ਨੂੰ ਅੱਗੇ ਸੋਲਵ ਕਰ ਸਕਦੇ ਹੋ। ਤੇ ਮੈਨੂੰ ਉਮੀਦ ਹੈ ਬੱਚਿਓ ਕਿ ਤੁਹਾਨੂੰ ਇਹ ਚੈਪਟਰ ਹੈ ਜਿਹੜਾ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ ਤੇ ਤੁਸੀਂ ਇਹਦੇ ਵਿੱਚੋਂ ਜ਼ਰੂਰ 5 ਦੇ ਵਿੱਚੋਂ 5 ਆਪਣੇ ਮਾਰਕਸ ਫਾਈਨਲ ਪੇਪਰਾਂ ਦੇ ਵਿੱਚ ਸਕੋਰ ਕਰੋਗੇ। ਥੈਂਕ ਯੂ ਸੋ ਮਚ।